ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ। ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਣ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ। ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੇਹੁ ਅੰਗੁਰੀਆ। ਸ਼ਰਵਨ ਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਦੁਆਰ ਰਟਤ ਪਿੰਗੁਰੀਆ। ਨਾਹੁ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂ ਨਾਹੀ ਬਿਸਰਿਆ। ਕਰਹੁ ਕਿਰਪਾ ਸਰਬ ਕੀ ਦਾਤੇ ਏਕ ਰੂਪ ਲਿਵ ਲਾਵਹੁ। ਨਾਨਕ ਕੀ ਬੇਨੰਤੀ ਹਰਿ ਪਹੀ ਆਪਣਾ ਨਾਮ ਜਪਾਵਹੁ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਚੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁਬਦਾ ਪੱਥਰ ਲੀਚੈ। ਹਮ ਸਰ ਦੀਨ ਦਇਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ ਜਨ ਕਾ ਪੂਰਨ ਦੀਜੈ। ਹਉ ਬਲ ਬਲ ਜਾਓ ਰਮਈਆ ਕਾਰਨੇ ਕਾਰਨ ਕਵਨ ਅਬੋਲ। ਬਹੁਤ ਜਨਮ ਬਿਛਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ। ਕਹੇ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ
जो प्रभ की अत प्यारी। बेसमार अथाह अगणित अतुलै। ज्यो बलावहो त्यों नानक दास बोलै। ज्यो बलावहो त्यों नानक दास बोलै। श्री वाहिगुरु साहिब जी। जिस नाम हृदय सो वे परवाहा। जिस नाम हृदय तिस सद ही लाहा। जिस नाम हृदय तिस वड परवारा। नाम बिना मन मुख गवारा। जिस नाम हृदय सो वे परवाहा। जिस नाम हृदय तिस सद ही लाहा। जिस नाम हृदय तिस वड परवारा। नाम बिना मन मुख गवारा। जिस नाम हृदय तिस निश्चल आसन। जिस नाम हृदय तिस तखत निवासन। जिस नाम हृदय सो साचा साहो। नामहीन नाहि पत वेसाहो। जिस नाम हृदय सो सब महि जाता। जिस नाम हृदय सो पुरख विधाता। जिस नाम हृदय सो सब ते ऊंचा। नाम बिना ब्रह्म जोनी मूचा। जिस नाम हृदय तिस प्रगट बहारा। जिस नाम हृदय तिस मिटया अंधारा। जिस नाम हृदय सो पुरख परवान। नाम बिना फिर आवन जान। तिन नाम पाया जिस भयो कृपाल। साध संगत महि लखे गोपाल। आवन जान रहे सुख पाया। कहो नानक ततै तत मिलाया। तिन नाम पाया जिस भयो कृपाल। साध संगत महि लखे गोपाल। आवन जान रहे सुख पाया। कहो नानक ततै तत मिलाया। जिस नाम हृदय सो वे परवाहा। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਤਖਤ ਜਬਰ ਛਤਰ ਦੇ ਮਾਲਕ ਜੁਗੋ ਜੁਗ ਅਟਲ ਪਤਿਤ ਪਾਵਨ ਭਗਤ ਬਛਲ ਕਰਨਾ ਨਿਦਾਨ। ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇ ਸਮਰੱਥ ਸਾਹਿਬ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਸਾਚੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ। ਸਤਿਗੁਰੂ ਸਾਹਿਬਾਂ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਦਾ ਦੀਵਾਨ ਸਜ ਰਿਹਾ ਹੈ। ਆਪ ਜੀ ਨੇ ਸਤਿਗੁਰੂ ਮਹਾਰਾਜ ਜੀ ਦੇ ਹਜ਼ੂਰ ਦਰਸ਼ਨ ਦੀਦਾਰ ਕਰਕੇ ਅੰਮ੍ਰਿਤ ਬਾਣੀ ਨਿਤਨੇਮ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਲਾਹਾ ਪ੍ਰਾਪਤ ਕੀਤਾ, ਆਨੰਦ ਮਾਣਿਆ ਹੈ।
ਗੁਰੂ ਘਰ ਦੀ ਰੋਜ਼ਾਨਾ ਮਰਿਆਦਾ, ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰੂ ਚਰਨਾਂ ਨਾਲ ਜੁੜੀਏ ਅਤੇ ਆ ਰਹੀ ਕਥਾ ਸਰਵਣ ਕਰਕੇ ਆਪਣੇ ਜੀਵਨ ਦਾ ਹੋਰ ਲਾਹਾ ਪ੍ਰਾਪਤ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਸ ਨਾਮ ਹਿਰਦੈ ਸੋਈ ਪਰਵਾਹਾ। ਸਾਧ ਸੰਗਤ, ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰ ਤਾਜ, ਬਾਣੀ ਕੇ ਬੋਹਿਤ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਭੈਰਵ ਰਾਗ ਦੇ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਸ ਅਸ਼ਟਪਦੀ ਅੰਦਰ ਸਤਿਗੁਰੂ ਮਹਾਰਾਜ ਜੀ ਨੇ ਨਾਮ ਦਾ ਉਪਦੇਸ਼ ਬਖਸ਼ਿਆ ਹੈ। ਗੁਰਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਸਾਹਿਬ ਜੀਓ, ਸੰਸਾਰ ਵਿੱਚ ਆ ਕੇ ਜੋ ਜੀਵ ਨਾਮ ਜਪਦੇ ਨੇ ਉਹਨਾਂ ਨੂੰ ਕਿੰਨਾ ਕੁ ਲਾਭ ਪ੍ਰਾਪਤ ਹੁੰਦਾ ਹੈ। ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦੇ ਤਾਈਂ ਕਿੰਨਾ ਕੁ ਨੁਕਸਾਨ ਹੁੰਦਾ ਹੈ, ਘਾਟਾ ਪੈਂਦਾ ਹੈ। ਆਪ ਜੀ ਸਾਨੂੰ ਇਹ ਦੱਸਣਾ ਕਰੋ। ਸਰਬ ਕਲਿਆਣ ਵਾਸਤੇ ਸਤਿਗੁਰੂ ਜੀ ਨੇ, ਸਤਿਗੁਰਾਂ ਨੇ ਇਹ ਪਾਵਨ ਸ਼ਬਦ ਸਾਨੂੰ ਉਪਦੇਸ਼ ਬਖਸ਼ਿਆ ਹੈ ਕਿ ਜੋ ਨਾਮ ਜਪਦਾ ਹੈ ਉਹ ਭਾਈ ਰਾਜੇ ਦੀ ਤਰ੍ਹਾਂ ਹੈ, ਇੱਕ ਪਾਤਸ਼ਾਹ ਦੀ ਤਰ੍ਹਾਂ ਹੈ। ਉਸ ਦਾ ਹੁਕਮ ਸਾਰੇ ਜੀਵਾਂ ਤੇ, ਸਾਰੇ ਹੀ ਕਾਇਨਾਤ ਤੇ ਚੱਲਦਾ ਹੈ। ਨਾਮ ਤੋਂ ਬਿਨਾਂ ਜੀਵਨ ਵਿਅਰਥ ਹੈ। 3 ਪਦਿਆਂ ਤੱਕ ਅਸੀਂ ਸਰਵਣ ਕੀਤਾ। ਅੱਗੇ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਹਨ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰੂ ਚਰਨਾਂ ਨਾਲ ਜੁੜੀਏ ਅਤੇ ਆ ਰਹੀ ਕਥਾ ਸਰਵਣ ਕਰਕੇ ਹੋਰ ਲਾਹੇ ਪ੍ਰਾਪਤ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਸ ਨਾਮ ਹਿਰਦੈ ਸੋਈ ਪਰਵਾਹਾ। ਸਤਿਗੁਰੂ ਬਚਨ ਕਰਦੇ ਹਨ, ਜਿਸ ਦੇ ਹਿਰਦੇ ਵਿੱਚ ਨਾਮ ਹੈ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਉਸ ਦੇ ਤਾਈਂ ਕਿਸੇ ਦੀ ਮੁਤਾਜਗੀ ਨਹੀਂ ਹੈ। ਜਿਵੇਂ ਅਸੀਂ ਸੰਸਾਰ ਵਿੱਚ ਦੇਖਦੇ ਹਾਂ, ਮਨੁੱਖ ਇੱਕ ਦੂਜੇ ਦਾ ਨੱਕ ਰੱਖਣ ਵਾਸਤੇ, ਮੂੰਹ ਮੱਥਾ ਰੱਖਣ ਵਾਸਤੇ ਕਈ ਤਰ੍ਹਾਂ ਦੇ ਚੰਗੇ ਮਾੜੇ ਕਰਮ ਕਰਦੇ ਹਨ। ਪਰ ਸਾਧ ਸੰਗਤ, ਜਿੱਥੇ ਪਰਮਾਤਮਾ ਦੇ ਭਗਤ ਗਿਆਨੀ ਹਨ, ਦੀਰਘ ਦ੍ਰਿਸ਼ਟੀ ਵਾਲੇ ਹਨ, ਉੱਥੇ ਉਹ ਸੰਸਾਰ ਦੇ ਵਿੱਚ ਕਿਸੇ ਦੀ ਪਰਵਾਹ ਵੀ ਨਹੀਂ ਕਰਦੇ। ਪਰਵਾਹ ਕੇਰੀ ਕਿਸੈ ਨਾਹੀ, ਬਾਝ ਸੱਚੇ ਨਾਹ। ਉਹਨਾਂ ਨੂੰ ਪਰਵਾਹ ਨਾਹੀ ਕਿਸੈ ਕੇਰੀ, ਕਿਸੇ ਦੀ ਪਰਵਾਹ ਨਹੀਂ ਹੁੰਦੀ। ਜਿਹੜੇ ਮਹਾਂਪੁਰਖ ਹਨ ਉਹ ਸੱਚੇ ਨਾਮ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਕਰਦੇ। ਉਹਨਾਂ ਨੇ ਆਪਣੇ ਜੀਵਨ ਅੰਦਰ ਕੇਵਲ ਪ੍ਰਭੂ ਦੇ ਨਾਮ ਦਾ ਹੀ ਆਸਰਾ ਰੱਖਿਆ। ਮਾਨੁਖ ਕੈ ਕਿਛ ਨਾਹੀ ਹਾਥ, ਕਰਨ ਕਰਾਵਨ ਸਰਬ ਕੋ ਨਾਥ। ਆਗਿਆਕਾਰੀ ਬੱਬਰਾ ਜੀਓ, ਜੋ ਤਿਸ ਭਾਵੈ ਸੋਈ ਥੀਓ। ਕਬਹੂ ਊਚ ਨੀਚ ਮਹਿ ਬਸੈ, ਕਬਹੂ ਹਰਖ ਰੋਗ ਸੰਗ ਹਸੈ।
ਇਹ ਜੀਵ ਜਿਹੜਾ ਹੈ ਸਾਧ ਸੰਗਤ ਤੁੱਛ ਹੈ, ਪਰਮਾਤਮਾ ਦੀ ਆਗਿਆ ਵਿੱਚ ਚੱਲਦਾ ਹੈ। ਕਦੇ ਤਾਂ ਉੱਚਾ ਹੋ ਜਾਂਦਾ ਹੈ, ਕਦੇ ਨੀਵਾਂ ਹੋ ਜਾਂਦਾ ਹੈ। ਮਹਾਂਪੁਰਖਾਂ ਦੀ ਸੰਗਤ ਕਰਕੇ, ਸਤਿਗੁਰਾਂ ਦੀ ਸੰਗਤ ਕਰਕੇ ਗਿਆਨ ਵਾਲਾ ਵੀ ਹੋ ਜਾਂਦਾ ਹੈ। ਬੇਮੁਖਾਂ ਦੀ ਸੰਗਤ ਕਰਕੇ, ਵਿਕਾਰਾਂ 'ਚ ਲੱਗ ਕੇ ਇਹ ਜੀਵ ਨੀਵਾਂ ਵੀ ਹੋ ਜਾਂਦਾ ਹੈ। ਪਰ ਜਿਹੜੇ ਮਹਾਂਪੁਰਖ ਨੇ ਸਾਧ ਸੰਗਤ, ਉਹ ਪ੍ਰਭੂ ਦੇ ਰੰਗ ਵਿੱਚ ਰੰਗੇ ਹੋਏ ਕਦੇ ਵੀ ਪਰਮਾਤਮਾ ਤੋਂ ਵੱਖਰੇ ਨਹੀਂ ਹੁੰਦੇ। ਇਸ ਲਈ ਉਹ ਸਦਾ ਹੀ ਵਾਹਿਗੁਰੂ ਦੇ ਆਸਰੇ ਰਹਿੰਦੇ ਹਨ। ਉਹਨਾਂ ਦੇ ਤਾਈਂ ਕਿਸੇ ਦੀ ਕੋਈ ਮੁਤਾਜਗੀ ਨਹੀਂ ਹੈ। ਅੱਜ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਹੈ। ਭਗਤ ਰਵਿਦਾਸ ਜੀ ਦੇ ਜੀਵਨ ਅੰਦਰ ਅਸੀਂ ਦੇਖੀਏ ਕਿੰਨਾ ਭਗਤੀ ਭਾਵ, ਨਿਮਰਤਾ, ਵਿਰਾਗ, ਤਿਆਗ ਹੈ। ਕਾਂਸੀ ਦੇ ਵਿੱਚ 1378 ਈਸਵੀ ਤੋਂ ਭਗਤ ਰਵਿਦਾਸ ਜੀ ਦਾ ਜਨਮ ਸੰਤੋਖਾ ਜੀ ਦੇ ਗ੍ਰਹਿ ਹੋਇਆ। ਮਾਤਾ ਦਿਆਰੀ ਜੀ ਸਨ। ਕਾਂਸੀ ਦੇ ਵਿੱਚ ਇੱਕ ਰਾਮਾਨੰਦ ਪੰਡਤ, ਵਿਦਵਾਨ, ਵਿਰਕਤ ਸਾਧੂ ਰਿਹਾ ਕਰਦੇ। ਇਹਨਾਂ ਮਹਾਂਪੁਰਖਾਂ ਕੋਲ ਕੁਝ ਸੇਵਕ ਰਿਹਾ ਕਰਦੇ ਸਨ, ਜਿਨ੍ਹਾਂ ਦੀਆਂ ਵੱਖ-ਵੱਖ ਸੇਵਾਵਾਂ ਸੀ। ਇੱਕ ਸੇਵਾਦਾਰ ਜੋ ਸਾਧ ਸੰਗਤ ਰੋਜ਼ਾਨਾ ਨਗਰ ਦੇ ਵਿੱਚੋਂ ਰਸਤ ਪਾਣੀ ਲੈਣ ਜਾਇਆ ਕਰਦਾ। ਉਸ ਸਮੇਂ ਇੱਕ ਸਮਾਂ ਕੀ ਬਣਿਆ, ਬਹੁਤ ਮੀਂਹ ਪਿਆ, ਚਾਰੇ ਪਾਸੇ ਚਿੱਕੜ ਹੋ ਗਿਆ। ਜਦੋਂ ਇਹ ਸੇਵਾਦਾਰ ਨਗਰ ਵਿੱਚ ਗਿਆ ਤੇ ਵਾਪਸ ਆ ਰਿਹਾ ਸੀ, ਇੱਕ ਥਾਂ ਤੇ ਚਿੱਕੜ ਦੇ ਵਿੱਚ ਡਿੱਗ ਕਰਕੇ ਸਾਰਾ ਹੀ ਰਸਤ ਪਾਣੀ ਡੁੱਲ ਜਾਣਾ ਕੀਤਾ। ਉਸ ਸਮੇਂ ਮਨ ਵਿੱਚ ਥੋੜ੍ਹੀ ਨਿਰਾਸ਼ਤਾ ਵੀ ਹੋਈ। ਪਰ ਇੱਥੇ ਹੀ ਇੱਕ ਸਾਧ ਸੰਗਤ ਸੰਤੋਖੇ ਸ਼ਾਹੂਕਾਰ ਦਾ ਘਰ ਸੀ। ਇਹ ਚਮਿਆਰ ਜਾਤੀ ਵਿੱਚੋਂ ਸੀ, ਚੰਮ ਦਾ ਕੰਮ ਕਰਿਆ ਕਰਦਾ। ਤਾਂ ਉਸ ਸਮੇਂ ਜਦੋਂ ਇਸ ਨੇ ਇਸ ਸੇਵਕ ਦੇ ਤਾਈਂ ਦੇਖਿਆ ਔਰ ਬੇਨਤੀ ਕੀਤੀ ਕਿ ਤੁਸੀਂ ਅੱਜ ਜਿਹੜਾ ਰਸਤ ਪਾਣੀ ਹੈ ਮੇਰੇ ਘਰ ਵਿੱਚੋਂ ਲੈ ਜਾਣਾ ਕਰੋ। ਮੇਰੇ ਘਰ ਦੇ ਵਿੱਚ ਬਹੁਤ ਪਰਮਾਤਮਾ ਦੀਆਂ ਬਖਸ਼ਿਸ਼ਾਂ ਨੇ, ਧਨ ਹੈ। ਆਪਣੇ ਘਰੋਂ ਸਾਧ ਸੰਗਤ ਸੁੱਕਾ ਆਟਾ ਤੇ ਹੋਰ ਰਸਤ ਪਾਣੀ ਦੇ ਦਿੱਤਾ। ਇਸ ਸੇਵਾਦਾਰ ਨੇ ਆਪਣੇ ਆਸ਼ਰਮ ਦੇ ਵਿੱਚ ਲਿਆ ਕਰਕੇ ਜਦੋਂ ਭੋਜਨ ਤਿਆਰ ਕੀਤਾ ਤੇ ਆਪਣੇ ਗੁਰੂ ਰਾਮਾਨੰਦ ਜੀ ਦੇ ਰਾਹੀਂ ਛਕਾਇਆ। ਉਸ ਸਮੇਂ ਰਾਮਾਨੰਦ ਜੀ ਜੋ ਰੋਜ਼ਾਨਾ ਭੋਜਨ ਛਕ ਕਰਕੇ ਪ੍ਰਭੂ ਸਿਮਰਨ ਵਿੱਚ ਜੁੜਿਆ ਕਰਦੇ, ਜਦੋਂ ਆਪਣੇ ਧਿਆਨ ਵਿੱਚ ਜੁੜਨ ਲੱਗੇ ਤਾਂ ਇਹਨਾਂ ਦੀ ਬਿਰਤੀ ਨਾ ਲੱਗੇ, ਮਨ ਨਾ ਟਿਕੇ। ਉਸ ਸਮੇਂ ਆਪਣੀ ਆਤਮਿਕ ਸੱਤਾ ਦੇ ਨਾਲ ਜਾਣ ਲਿਆ ਕਿ ਅੱਜ ਭੋਜਨ ਦੇ ਵਿੱਚ ਕੋਈ ਕਮੀ ਹੈ। ਆਪਣੇ ਸੇਵਾਦਾਰ ਨੂੰ ਕੋਲ ਬੁਲਾ ਕਰਕੇ ਪੁੱਛਿਆ, ਭਾਈ ਸਾਡੇ ਤਾਈਂ ਦੱਸੋ ਕਿ ਅੱਜ ਜੋ ਸੁੱਕੀ ਰਸਤ ਹੈ ਕਿੱਥੋਂ ਆਈ ਹੈ। ਸੇਵਾਦਾਰ ਨੇ ਹੱਥ ਜੋੜ ਕੇ ਨਿਮਰਤਾ ਦੇ ਨਾਲ ਸਾਰੀ ਗੱਲ ਦੱਸੀ ਕਿ ਮਹਾਰਾਜ ਅੱਜ ਰਸਤੇ ਵਿੱਚ ਆਉਂਦਿਆਂ ਚਿੱਕੜ ਦੇ ਵਿੱਚ
ਸਾਰਾ ਰਸਤ ਪਾਣੀ ਡੁੱਲ ਗਿਆ ਔਰ ਸੰਤੋਖੇ ਚਮਿਆਰ ਦੇ ਘਰੋਂ ਇਹ ਜਿਹੜਾ ਰਸਤ ਪਾਣੀ ਆਇਆ ਸੀ। ਉਸ ਸਮੇਂ ਰਾਮਾਨੰਦ ਜੀ ਕਹਿਣ ਲੱਗੇ, ਉਸ ਦੀ ਇੱਛਾ ਹੈ ਕਿ ਮੇਰੇ ਘਰ ਪੁੱਤਰ ਪੈਦਾ ਹੋਵੇ, ਇਸ ਲਈ ਭਾਈ ਹੁਣ ਅਸੀਂ ਤਾਂ ਉਹਦੇ ਘਰ ਪੁੱਤਰ ਨਹੀਂ ਜਨਮਣਾ, ਤੂੰ ਹੀ ਜਾ ਕੇ ਉਹਦਾ ਪੁੱਤਰ ਬਣਨਾ ਕਰ। ਇਹਨਾਂ ਵਚਨ ਕੀਤਾ ਤੇ ਉਸ ਸਮੇਂ ਸਾਧ ਸੰਗਤ ਇਸ ਸੇਵਾਦਾਰ ਨੇ ਆਪਣਾ ਸਰੀਰ ਤਿਆਗ ਕਰਕੇ ਉਸ ਸੰਤੋਖੇ ਦੇ ਘਰ ਪੁੱਤਰ ਜਨਮ ਲੈਣਾ ਕੀਤਾ। ਤਕਰੀਬਨ 4-5 ਦਿਨ ਆਪਣੀ ਮਾਂ ਤੋਂ ਦੁੱਧ ਨਾ ਲਿਆ, ਭੁੱਖੇ ਹੀ ਰਹੇ। ਉਧਰ ਰਾਮਾਨੰਦ ਜੀ ਨੂੰ ਵਾਹਿਗੁਰੂ ਪਰਮਾਤਮਾ ਨੇ ਪ੍ਰੇਰਿਆ ਕਿ ਤੁਸੀਂ ਸੰਤੋਖੇ ਦੇ ਘਰ ਜਾ ਕਰਕੇ ਉਪਦੇਸ਼ ਦੇਣਾ ਕਰੋ ਉਹਨਾਂ ਦੇ ਪੁੱਤਰ ਦੇ ਤਾਈਂ। ਉਸ ਸਮੇਂ ਰਾਮਾਨੰਦ ਜੀ ਨੇ ਆ ਕਰਕੇ ਉਪਦੇਸ਼ ਦਿੱਤਾ ਤੇ ਕਿਹਾ ਕਿ ਹੁਣ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਜੇ ਤੁਹਾਡੇ ਮਨ ਵਿੱਚ ਡਰ ਹੈ ਕਿ ਜਿਸ ਘਰ ਦੇ ਰਸਤ ਪਾਣੀ ਨੂੰ ਪ੍ਰਾਪਤ ਕਰਕੇ ਮੈਨੂੰ ਇੱਥੇ ਜਨਮ ਲੈਣਾ ਪਿਆ ਤੇ ਜੇ ਮੈਂ ਹੋਰ ਇੱਥੇ ਆ ਕਰਕੇ ਗ੍ਰਹਿਣ ਕੀਤਾ ਤੇ ਹੋਰ ਭਟਕ ਜਾਵਾਂਗਾ, ਇਸ ਦੀ ਚਿੰਤਾ ਨਹੀਂ ਕਰਨ ਦੀ ਜ਼ਰੂਰਤ। ਤੁਹਾਡੀ ਸੁਰਤ ਉਸੇ ਤਰ੍ਹਾਂ ਹੀ ਪਰਮਾਤਮਾ ਵਿੱਚ ਜੁੜੀ ਰਹੇਗੀ। ਉਸ ਸਮੇਂ ਸਾਧ ਸੰਗਤ ਰਵਿਦਾਸ ਨਾਮ ਰੱਖਿਆ ਗਿਆ ਤੇ ਭਗਤ ਰਵਿਦਾਸ ਜੀ ਛੋਟੀ ਉਮਰ ਤੋਂ ਹੀ ਬੜੇ ਭਗਤੀ ਵਾਲੇ, ਨਾਮ ਸਿਮਰਨ ਵਾਲੇ, ਤਿਆਗੀ ਵਿਰਾਗੀ ਮਹਾਂਪੁਰਖ ਹੋਏ ਹਨ। ਆਪਣੇ ਪਿਤਾ ਦੇ ਕਾਰੋਬਾਰ ਨਾਲੋਂ ਵੱਖਰਾ ਆਪਣੀ ਛੋਟੀ ਜਿਹੀ ਝੌਂਪੜੀ ਬਣਾਉਣਾ ਕੀਤੀ। ਮਾਤਾ ਪਿਤਾ ਨੇ ਛੋਟੀ ਉਮਰ ਵਿੱਚ ਵਿਆਹ ਕਰ ਦਿੱਤਾ ਔਰ ਆਪਣੀ ਪਤਨੀ ਦੇ ਨਾਲ ਆਪਣੀ ਕੱਖਾਂ ਦੀ ਝੁੱਗੀ ਵਿੱਚ ਰਹਿ ਕਰਕੇ ਜੀਵਨ ਬਤੀਤ ਕਰਿਆ ਕਰਦੇ। ਆਏ ਗਏ ਲੋਕਾਂ ਦੀਆਂ ਜੁੱਤੀਆਂ ਗੰਢਣੀਆਂ, ਚਮੜੇ ਨੂੰ ਢੋਣ ਦਾ ਕੰਮ ਕਰਨਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਭਗਤ ਭਗਤ ਜਗ ਵੱਜਿਆ, ਚੌਹ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢੈ ਰਾਹ ਵਿੱਚ, ਕੁਲਾ ਧਰਮ ਢੋਏ ਢੋਰ ਸਮੇਟਾ। ਭਗਤ ਰਵਿਦਾਸ ਜੀ ਰਸਤੇ ਵਿੱਚ ਆਉਣ ਵਾਲੇ ਲੋਕਾਂ ਦੀਆਂ ਜੁੱਤੀਆਂ ਗੰਢਿਆ ਕਰਦੇ ਸਨ। ਜੇ ਕੋਈ ਗਰੀਬ ਫਕੀਰ ਕੋਈ ਮਹਾਂਪੁਰਖ ਆ ਜਾਂਦਾ, ਉਸ ਨੂੰ ਫਰੀ ਵਿੱਚ ਜੁੱਤੀ ਦੇ ਦੇਣੀ, ਉਸ ਦੀ ਸੇਵਾ ਕਰਨੀ, ਭੋਜਨ ਪਾਣੀ ਛਕਾ ਕਰਕੇ। ਸਮਾਂ ਐਸਾ ਆਇਆ, ਗਰੀਬੀ ਆ ਗਈ, ਪਰ ਫਿਰ ਵੀ ਪਰਵਾਹ ਨਾ ਕੀਤੀ, ਪ੍ਰਭੂ ਪਿਆਰ ਦੇ ਵਿੱਚ ਜੀਵਨ ਬਤੀਤ ਕਰਿਆ ਕਰਦੇ। ਭਾਈ ਸਾਹਿਬ ਜੀ ਕਹਿੰਦੇ, ਇਹਨਾਂ ਦਾ ਜੀਵਨ ਐਸਾ ਸੀ ਜਿਵੇਂ ਜਿਉ ਕਰ ਮੈਲੇ ਚੀਥੜੇ, ਹੀਰਾ ਲਾਲ ਅਮੋਲ ਪਲੇਟਾ। ਜਿਵੇਂ ਕਿਸੇ ਮੈਲੇ ਕੱਪੜੇ ਦੇ ਵਿੱਚ ਸਾਧ ਸੰਗਤ ਹੀਰਾ ਲਪੇਟਿਆ ਹੋਵੇ, ਕੋਈ ਅਮੋਲਕ ਰਤਨ ਲਪੇਟਿਆ ਹੋਵੇ। ਉੱਪਰੋਂ ਜੀਵਨ ਤਾਂ ਦੇਖਣ ਨੂੰ ਲੱਗਦਾ ਕਿ ਜਾਤ ਨੀਵੀਂ ਹੈ ਤੇ ਬਾਹਰੋਂ ਕੰਮ ਵੀ ਚਮੜੇ ਦਾ ਕਰਦੇ ਨੇ, ਪਰ ਅੰਦਰੋਂ ਜੋ ਗਿਆਨ ਹੈ, ਅਵਸਥਾ ਹੈ, ਬਹੁਤ ਉੱਚੀ ਹੈ। ਪ੍ਰਭੂ ਪ੍ਰੇਮ ਵਿੱਚ, ਰੰਗ ਦੇ ਵਿੱਚ ਜੀਵਨ ਬਤੀਤ ਕਰਿਆ ਕਰਦੇ। ਹਰ ਸਮੇਂ ਵਾਹਿਗੁਰੂ ਦੇ ਗੁਣ ਗਾਉਂਦੇ ਔਰ ਜਿਹੜੇ ਲੋਕ ਆਇਆ ਕਰਦੇ ਉਹਨਾਂ ਨੂੰ ਵੀ ਉਪਦੇਸ਼ ਕਰਿਆ ਕਰਦੇ। ਭਾਈ ਸਾਹਿਬ ਕਹਿੰਦੇ, ਚਾਰ ਵਰਣ ਉਪਦੇਸ਼ ਦਾ, ਗਿਆਨ ਧਿਆਨ ਕਰ ਭਗਤ ਸਹੇਟਾ। ਚਾਰੇ ਵਰਨਾਂ ਦੇ ਲੋਕਾਂ ਨੂੰ ਭਗਤ ਜੀ ਉਪਦੇਸ਼ ਕਰਿਆ ਕਰਦੇ ਔਰ ਬੜੇ ਗਿਆਨ ਧਿਆਨ ਦੀਆਂ ਗੱਲਾਂ ਦੱਸ ਕਰਕੇ ਪ੍ਰਭੂ ਪ੍ਰੇਮ ਦੇ ਵਿੱਚ, ਪ੍ਰਭੂ ਪਿਆਰ ਵਿੱਚ ਲਾਇਆ ਕਰਦੇ। ਇੱਕ ਸਮੇਂ ਕੀ ਹੋਇਆ, ਪ੍ਰਮਾਤਮਾ ਵਾਹਿਗੁਰੂ ਨੇ ਪਰਖ ਕਰਨ ਵਾਸਤੇ ਇੱਕ ਸਾਧੂ ਦਾ ਰੂਪ ਧਾਰਿਆ
ਭਗਤ ਜੀ ਦੇ ਘਰ ਆ ਗਏ, ਭੋਜਨ ਪਾਣੀ ਛਕਿਆ ਔਰ ਇੱਥੇ ਹੀ ਰਾਤ ਰਹੇ। ਜਦੋਂ ਸਵੇਰੇ ਤੁਰਨ ਲੱਗੇ, ਆਪਣੇ ਕੋਲੋਂ ਇੱਕ ਪਾਰਸ ਦੀ ਵੱਟੀ ਕੱਢੀ ਤੇ ਭਗਤ ਜੀ ਦੀ ਜਿਹੜੀ ਰੰਬੀ ਸੀ ਨਾ, ਜੁੱਤੀਆਂ ਗੰਢਣ ਵਾਲੀ, ਉਹਦੇ ਨਾਲ ਛੁਹਾ ਦਿੱਤੀ। ਰੰਬੀ ਸੋਨੇ ਦੀ ਬਣ ਗਈ। ਪ੍ਰਤੱਖ ਸ਼ਕਤੀ ਦਿਖਾ ਕੇ ਕਿਹਾ ਕਿ ਰਵਿਦਾਸ, ਇਹ ਪਾਰਸ ਦੀ ਵੱਟੀ ਹੈ, ਆਪਣੇ ਕੋਲ ਸਾਂਭ ਕੇ ਰੱਖੀ, ਅਸੀਂ ਤੈਨੂੰ ਇਮਾਨਤ ਦੇ ਦਿੰਨੇ ਆ ਤੇ ਇਸ ਤੋਂ ਸੋਨਾ ਬਣਾ ਕਰਕੇ ਜਿੰਨੀ ਵੀ ਤੂੰ ਸੇਵਾ ਕਰਨੀ ਚਾਹੁੰਦਾ ਹੈ, ਜਿੰਨਾ ਵੀ ਤੂੰ ਲੋਕਾਂ ਤੇ ਪਰਉਪਕਾਰ ਕਰਨਾ ਚਾਹੁੰਦਾ ਹੈ, ਉਹ ਕਰਨਾ ਕਰ। ਭਗਤ ਜੀ ਨਾ ਮੰਨੇ, ਕਿਹਾ ਕਿ ਮਹਾਂਪੁਰਖੋ, ਪਰਮਾਤਮਾ ਨੇ ਜੋ ਮੈਨੂੰ ਦਿੱਤਾ ਹੈ ਉਹਦੇ ਵਿੱਚ ਹੀ ਮੈਂ ਰਾਜੀ ਹਾਂ। ਇਹ ਮਾਇਆ ਜਿਹੜੀ ਹੈ ਝੂਠੀ ਹੈ। ਮੈਨੂੰ ਪ੍ਰਭੂ ਨੇ ਸੱਚਾ ਨਾਮ ਰੂਪ ਧਨ ਦਿੱਤਾ ਹੈ। ਜਿਹੜੀ ਮਾਇਆ ਹੈ ਉਹਦੇ ਕਰਕੇ ਤਾਂ ਚੋਰ ਪਿੱਛੇ ਲੱਗ ਜਾਂਦੇ ਨੇ, ਕਈ ਤਰ੍ਹਾਂ ਦੇ ਨਾਲ ਮੁਸ਼ਕਲਾਂ ਹੁੰਦੀਆਂ ਹਨ ਇਸ ਨੂੰ ਸਾਂਭਣ ਵਿੱਚ। ਮੈਨੂੰ ਨਾਮ ਰੂਪ ਧਨ ਹੀ ਚੰਗਾ ਲੱਗਦਾ ਤੇ ਸਾਧ ਸੰਗਤ ਉਹ ਪਾਰਸ ਸਵੀਕਾਰ ਨਾ ਕੀਤਾ। ਪਰ ਉਹ ਮਹਾਤਮਾ ਕਹਿਣ ਲੱਗੇ, ਕੋਈ ਗੱਲ ਨਹੀਂ, ਜੇ ਤੇਰਾ ਹੁਣ ਮਨ ਨਹੀਂ ਮੰਨਦਾ ਤੇ ਅਸੀਂ ਤੇਰੇ ਘਰ ਦੇ ਵਿੱਚ ਫਲਾਨੀ ਥਾਂ ਤੇ ਇਹ ਰੱਖ ਦਿੰਨੇ ਆ ਤੇ ਕੁਝ ਸਮੇਂ ਬਾਅਦ ਆ ਕੇ ਲੈ ਜਾਵਾਂਗੇ, ਤੂੰ ਵਰਤ ਲਵੀਂ। ਇਸ ਤਰ੍ਹਾਂ ਕਹਿ ਕੇ ਚਲੇ ਗਏ। 13 ਮਹੀਨਿਆਂ ਬਾਅਦ ਆਏ, ਪਰ ਉਸ ਸਮੇਂ ਭਗਤ ਰਵਿਦਾਸ ਜੀ ਨੂੰ ਦੇਖਿਆ ਕਿ ਉਸੇ ਤਰ੍ਹਾਂ ਹੀ ਕੱਖਾਂ ਦੀ ਕੁੱਲੀ ਦੇ ਵਿੱਚ ਬੈਠ ਕਰਕੇ ਉਸੇ ਤਰ੍ਹਾਂ ਦਾ ਹੀ ਜੀਵਨ ਬਤੀਤ ਕਰ ਰਹੇ ਨੇ। ਬੜੇ ਹੈਰਾਨ ਹੋਏ, ਪੁੱਛਿਆ, ਰਵਿਦਾਸ, ਅਸੀਂ ਤੈਨੂੰ ਇੱਕ ਪਾਰਸ ਦੇ ਕੇ ਗਏ ਸੀ, ਪਰ ਉਹ ਤੁਸੀਂ ਵਰਤਿਆ ਨਹੀਂ। ਭਗਤ ਜੀ ਕਹਿਣ ਲੱਗੇ, ਮਹਾਰਾਜ, ਜਿੱਥੇ ਆਪ ਜੀ ਨੇ ਰੱਖਿਆ ਹੋਵੇਗਾ ਉੱਥੋਂ ਹੀ ਮਿਲੇਗਾ। ਔਰ ਦੇਖਿਆ ਉਸੇ ਥਾਂ ਤੇ ਕਿੱਲੇ ਦੇ ਨਾਲ ਟੰਗਿਆ ਪਿਆ ਹੈ। ਵਾਹਿਗੁਰੂ ਪਰਮਾਤਮਾ ਨੇ ਫਿਰ ਸਾਧ ਸੰਗਤ ਇੱਕ ਹੋਰ ਖੇਡ ਦਿਖਾਈ। ਜਿਹੜੀ ਭਗਤ ਜੀ ਦੀ ਚੌਂਕੀ ਸੀ, ਜਿੱਥੇ ਠਾਕਰਾਂ ਨੂੰ ਰੱਖਿਆ ਕਰਦੇ ਸਨ, ਉਸ ਦੇ ਹੇਠਾਂ 5 ਮੋਹਰਾਂ ਰੱਖ ਦਿੱਤੀਆਂ ਸੋਨੇ ਦੀਆਂ ਔਰ ਆਪ ਚਲੇ ਗਏ। ਜਦੋਂ ਭਗਤ ਜੀ ਨੇ ਦੂਸਰੇ ਦਿਨ ਉੱਠ ਕਰਕੇ ਪੂਜਾ ਵਾਸਤੇ ਚੌਂਕੀ ਝਾੜਨਾ ਕੀਤੀ ਤਾਂ ਦੇਖਿਆ ਹੇਠਾਂ ਸੋਨੇ ਦੀਆਂ ਮੋਹਰਾਂ ਪਈਆਂ ਨੇ। ਮਨ ਵਿੱਚ ਪੈਦਾ ਹੋ ਗਿਆ ਕਿ ਜਿਹੜੀ ਮਾਇਆ ਹੈ ਉਹ ਸਾਡੇ ਪਿੱਛੇ ਲੱਗ ਗਈ ਹੈ ਤੇ ਸਾਨੂੰ ਪ੍ਰਭੂ ਭਗਤੀ ਨਾਲ ਤੋੜਨਾ ਚਾਹੁੰਦੀ ਹੈ। ਇਸ ਤਰ੍ਹਾਂ ਵਿਚਾਰ ਕਰਕੇ ਸਾਧ ਸੰਗਤ ਉਸ ਸਮੇਂ ਜਿਹੜੀ ਠਾਕੁਰਾਂ ਦੀ ਪੂਜਾ ਸੀ ਉਹ ਛੱਡ ਹੀ ਦਿੱਤੀ ਭਗਤ ਜੀ ਨੇ। ਪ੍ਰਭੂ ਪਰਮਾਤਮਾ ਨੇ ਰਾਤ ਦੇ ਸਮੇਂ ਸੁਪਨੇ ਵਿੱਚ ਦਰਸ਼ਨ ਦਿੱਤੇ। ਕਿਹਾ ਕਿ ਰਵਿਦਾਸ ਜੀ, ਅਸੀਂ ਹੀ ਆਪਣਾ ਸਾਧੂ ਵਾਲਾ ਰੂਪ ਬਣਾ ਕਰਕੇ ਤੁਹਾਨੂੰ ਪਾਰਸ ਦੇਣ ਵਾਸਤੇ ਆਏ ਸੀ। ਅਸੀਂ ਹੀ ਮੋਹਰਾਂ ਦੇਣਾ ਕੀਤੀਆਂ, ਪਰ ਤੁਸੀਂ ਸਵੀਕਾਰ ਨਹੀਂ ਕਰਦੇ। ਲੋਕ ਤੁਹਾਨੂੰ ਗਰੀਬ ਕਹਿੰਦੇ ਨੇ, ਕਈ ਤਰ੍ਹਾਂ ਦੀਆਂ ਹੁਜਤਾਂ ਕਰਦੇ ਨੇ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਮਾਇਆ ਨੂੰ ਸਵੀਕਾਰ ਕਰਕੇ ਸਹੀ ਢੰਗ ਦੇ ਨਾਲ ਵਰਤੋ। ਉਸ ਸਮੇਂ ਸਾਧ ਸੰਗਤ ਭਗਤ ਰਵਿਦਾਸ ਜੀ ਨੇ ਮੰਨ ਲੈਣਾ ਕੀਤਾ ਔਰ ਚੌਂਕੀ ਦੇ ਹੇਠਾਂ ਰੋਜ਼ਾਨਾ 5 ਮੋਹਰਾਂ ਪ੍ਰਾਪਤ ਕਰਕੇ ਲੰਗਰ ਲਾਇਆ ਕਰਦੇ, ਆਏ ਗਏ ਲੋਕਾਂ ਦੀ ਸੇਵਾ ਕਰਿਆ ਕਰਦੇ ਤੇ ਇੱਕ ਬਹੁਤ ਸੁੰਦਰ ਮੰਦਿਰ ਬਣਾਉਣਾ ਕੀਤਾ। ਇਸ ਤਰ੍ਹਾਂ ਸਮਾਂ ਬਤੀਤ ਹੋਇਆ। ਭਗਤ ਜੀ ਦੀ ਵਡਿਆਈ ਚਾਰੇ ਪਾਸੇ ਹੋਣ ਲੱਗ ਪਈ। ਇੱਕ ਅਭੀਚ ਨਾਮ ਪੁਰਬ ਆ ਗਿਆ, ਜਿਸ ਦੇ ਲੋਕ ਗੰਗਾ ਤੇ ਇਸ਼ਨਾਨ ਕਰਨ ਜਾਇਆ ਕਰਦੇ ਸਨ। ਉੱਥੇ ਜਾ ਕੇ ਦਾਨ ਪੁੰਨ ਕਰਿਆ ਕਰਦੇ। ਭਗਤ ਜੀ ਨੇ ਇੱਕ ਬ੍ਰਾਹਮਣ ਇਹਨਾਂ ਦੇ ਕੋਲ ਆਇਆ, ਉਸ ਨੂੰ ਕਿਹਾ ਕਿ ਸਾਡੇ ਕੋਲ ਇੱਕ ਕਸੀਰਾ ਹੈ। ਕਸੀਦਾ ਕਹਿੰਦੇ ਨੇ
ਥੋੜ੍ਹੀਆਂ ਜਿਹੀਆਂ 25-30 ਕੌਡੀਆਂ ਹੁੰਦੀਆਂ ਨੇ, ਗੁੱਛਾ ਹੁੰਦਾ ਹੈ, ਉਸ ਨੂੰ ਕਸੀਰਾ ਕਹਿੰਦੇ ਨੇ। ਭਗਤ ਜੀ ਨੇ ਉਹ ਕਸੀਰਾ ਸਾਧ ਸੰਗਤ ਉਸ ਬ੍ਰਾਹਮਣ ਨੂੰ ਦਿੱਤਾ ਤੇ ਕਿਹਾ ਕਿ ਮੇਰੀ ਵੀ ਗੰਗਾ ਨੂੰ ਭੇਟਾ ਦੇਣਾ। ਪਰ ਉਦੋਂ ਜਦੋਂ ਗੰਗਾ ਆਪ ਹੱਥ ਕੱਢ ਕੇ ਮੇਰੀ ਭੇਟਾ ਲੈਣੀ ਚਾਹੇ। ਇਸ ਤਰ੍ਹਾਂ ਜਿਹੜਾ ਉਹ ਬ੍ਰਾਹਮਣ ਸੀ, ਜਦੋਂ ਗੰਗਾ ਤੇ ਪਹੁੰਚਿਆ, ਇਸ਼ਨਾਨ ਕਰਕੇ ਇਸ ਨੇ ਆਪਣੀ ਭੇਟਾ ਦਿੱਤੀ ਤੇ ਉਸ ਸਮੇਂ ਬੇਨਤੀ ਕੀਤੀ ਕਿ ਗੰਗਾ ਜੀ, ਭਗਤ ਰਵਿਦਾਸ ਜੀ ਨੇ ਤੁਹਾਨੂੰ ਭੇਟਾ ਭੇਜੀ ਹੈ। ਪਰਮਾਤਮਾ ਨੇ ਐਸੀ ਕਲਾ ਦਿਖਾਈ, ਗੰਗਾ ਦੇ ਵਿੱਚੋਂ ਇੱਕ ਹੱਥ ਆਇਆ। ਉਸ ਸਮੇਂ ਜਿਹੜੀ ਰਵਿਦਾਸ ਜੀ ਨੇ ਉਹ ਕਸੀਦਾ ਦਿੱਤਾ ਸੀ, ਬ੍ਰਾਹਮਣ ਨੇ ਉਹ ਭੇਟਾ ਕਰ ਦਿੱਤਾ। ਦੁਬਾਰਾ ਫਿਰ ਉਹੀ ਹੱਥ ਆਇਆ, ਉਹਦੇ ਵਿੱਚ ਇੱਕ ਕੰਗਣ ਸੀ ਔਰ ਬ੍ਰਾਹਮਣ ਨੂੰ ਦੇ ਕਰਕੇ ਫਿਰ ਉਹ ਅਲੋਪ ਹੋ ਗਿਆ। ਭਗਤ ਭਾਈ ਗੁਰਦਾਸ ਜੀ ਵੀ ਸਾਧ ਸੰਗ ਬਚਨ ਕਰਦੇ ਨੇ, ਲਿਆ ਕਸੀਰਾ ਹੱਥ ਕੱਢ, ਸੂਤ ਇੱਕ ਜੋ ਤਾਣਾ ਪੇਟਾ। ਭਗਤ ਜਨਾ ਹਰ ਮਾਂ ਪਿਓ ਬੇਟਾ। ਭਾਈ ਗੁਰਦਾਸ ਜੀ ਕਹਿੰਦੇ ਗੰਗਾ ਨੇ ਆਪ ਹੱਥ ਕੱਢ ਕੇ ਉਹ ਕਸੀਰਾ ਲੈਣਾ ਕੀਤਾ। ਇਸ ਤਰ੍ਹਾਂ ਜਦੋਂ ਉਹ ਬ੍ਰਾਹਮਣ ਕੰਗਣ ਲੈ ਕਰਕੇ ਵਾਪਸ ਆਇਆ ਤੇ ਉਸ ਦੀ ਸੁੰਦਰਤਾ ਦੇਖ ਕੇ ਬੇਈਮਾਨ ਹੋ ਗਿਆ। ਆਪਣੇ ਕੋਲ ਉਹ ਕੰਗਣ ਸਾਂਭ ਕੇ ਰੱਖ ਲੈਣਾ ਕੀਤਾ। ਥੋੜਾ ਗਰੀਬ ਸੀ, ਕੁਝ ਦਿਨਾਂ ਬਾਅਦ ਸੋਚਿਆ ਵੀ ਇਹ ਕੰਗਣ ਵੇਚ ਕੇ ਕੁਝ ਪੈਸੇ ਵਟ ਲੈਣਾ। ਜਦੋਂ ਕੰਗਣ ਵੇਚਣ ਵਾਸਤੇ ਗਿਆ, ਸੁਨਿਆਰੇ ਨੇ ਦੇਖਿਆ ਵੀ ਇਹ ਗਰੀਬ ਬ੍ਰਾਹਮਣ ਤੇ ਇੰਨਾ ਸੁੰਦਰ ਕੰਗਣ ਇਸ ਦੇ ਕੋਲ ਕਿਵੇਂ ਆ ਸਕਦਾ ਹੈ। ਉਸ ਨੇ ਸ਼ਿਕਾਇਤ ਕਰ ਦਿੱਤੀ। ਕੋਤਵਾਲ ਨੇ ਉਸ ਬ੍ਰਾਹਮਣ ਨੂੰ ਫੜ ਕੇ ਪੁੱਛਿਆ ਤਾਂ ਇਸ ਨੇ ਸੱਚੋ ਸੱਚ ਦੱਸ ਦਿੱਤਾ। ਉਸ ਸਮੇਂ ਬ੍ਰਾਹਮਣ ਨੇ ਜਦੋਂ ਸਾਰੀ ਗੱਲ ਕਹੀ ਤਾਂ ਕੋਤਵਾਲ ਨੇ ਇਸ ਨੂੰ ਰਾਜੇ ਕੋਲ ਲੈ ਕੇ ਸਾਰੀ ਗੱਲ ਦੱਸੀ ਕਿ ਇਸ ਤਰ੍ਹਾਂ ਇਹ ਕੰਗਣ ਪ੍ਰਾਪਤ ਹੋਇਆ ਹੈ। ਜਦੋਂ ਰਾਜੇ ਨੇ ਕੰਗਣ ਦੇਖਿਆ, ਬਹੁਤ ਹੈਰਾਨ ਹੋਇਆ। ਇੰਨਾ ਸੁੰਦਰ ਕੰਗਣ ਜਿਹਦੇ ਵਿੱਚ ਸੁੰਦਰ ਹੀਰੇ ਮੋਤੀਆਂ ਦੀ ਜੜਤ ਕੀਤੀ ਹੋਈ ਹੈ। ਬ੍ਰਾਹਮਣ ਨੇ ਰਾਜੇ ਨੂੰ ਵੀ ਸਾਰੀ ਗੱਲ ਦੱਸੀ ਕਿ ਇਸ ਤਰ੍ਹਾਂ ਰਵਿਦਾਸ ਜੀ ਨੂੰ ਇਹ ਗੰਗਾ ਨੇ ਭੇਟਾ ਕੀਤਾ ਹੈ, ਪਰ ਮੈਂ ਬੇਈਮਾਨ ਹੋ ਕੇ ਆਪਣੇ ਕੋਲ ਰੱਖ ਲੈਣਾ ਕੀਤਾ। ਉਸ ਸਮੇਂ ਰਾਜਾ ਤੇ ਦਰਬਾਰੀ ਵਜ਼ੀਰ ਸਾਰੇ ਹੀ ਇਸ ਬ੍ਰਾਹਮਣ ਨੂੰ ਨਾਲ ਲੈ ਕੇ ਭਗਤ ਰਵਿਦਾਸ ਜੀ ਦੇ ਕੋਲ ਗਏ। ਭਗਤ ਰਵਿਦਾਸ ਜੀ ਨੂੰ ਨਮਸਕਾਰ ਕੀਤੀ ਤੇ ਬੇਨਤੀ ਕੀਤੀ, ਮਹਾਰਾਜ ਇਹ ਬ੍ਰਾਹਮਣ ਇਸ ਤਰ੍ਹਾਂ ਕਹਿੰਦਾ ਹੈ। ਭਗਤ ਜੀ ਉਸ ਸਮੇਂ ਕਹਿਣ ਲੱਗੇ ਕਿ ਇਹ ਪਰਮਾਤਮਾ ਦੀ ਖੇਡ ਹੈ। ਆਪਣੀ ਚੌਂਕੀ ਪਾਸੇ ਕੀਤੀ ਸਾਧ ਸੰਗਤ। ਚੌਂਕੀ ਦੇ ਹੇਠਾਂ ਗੰਗਾ ਦੀਆਂ ਲਹਿਰਾਂ ਦਿਖਾਈਆਂ, ਜਿਹਦੇ ਵਿੱਚ ਅਨੇਕਾਂ ਹੀ ਕੰਗਣ ਤੁਰੇ ਜਾ ਰਹੇ ਸਨ। ਭਗਤ ਜੀ ਨੇ ਉੱਥੋਂ ਇੱਕ ਕੰਗਣ ਕੱਢ ਕੇ ਰਾਜੇ ਨੂੰ ਦਿੱਤਾ, ਕਿਹਾ ਕਿ ਆਹ ਲਓ। ਜਦੋਂ ਇਸ ਤਰ੍ਹਾਂ ਕੌਤਕ ਦੇਖਿਆ, ਰਾਜਾ ਚਰਨੀ ਡਿੱਗ ਪਿਆ, ਭਗਤ ਜੀ ਦਾ ਸੇਵਕ ਬਣ ਗਿਆ। ਤਾਂ ਉਸ ਸਮੇਂ ਸਾਧ ਸੰਗਤ ਜਿਹੜੇ ਉਹ ਕੰਗਣ ਸਨ ਉਸੇ ਬ੍ਰਾਹਮਣ ਨੂੰ ਦੇ ਦਿੱਤੇ। ਇਸ ਤਰ੍ਹਾਂ ਭਗਤ ਜੀ ਦੀ ਵਡਿਆਈ ਚਾਰੇ ਪਾਸੇ ਹੋ ਗਈ। ਪਰ ਜਿਹੜੇ ਜਾਤ ਅਭਿਮਾਨੀ ਬ੍ਰਾਹਮਣ ਲੋਕ ਸਨ, ਉਹ ਭਗਤ ਜੀ ਦੇ ਨਾਲ ਈਰਖਾ ਕਰਨ ਲੱਗੇ, ਰਾਜੇ ਨੂੰ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਕਰਨ ਲੱਗੇ। ਉਸ ਸਮੇਂ ਕਿਹਾ ਕਿ ਜੋ ਰਵਿਦਾਸ ਹੈ ਇਹ ਠਾਕੁਰਾਂ ਦੀ ਪੂਜਾ ਕਰਦਾ ਹੈ, ਪਰ ਇੱਕ ਸ਼ੂਦਰ ਨੂੰ ਪੂਜਾ ਕਰਨ ਦਾ ਅਧਿਕਾਰ ਨਹੀਂ ਹੈ। ਇਸ ਲਈ ਇਹਨਾਂ ਨੇ ਗੁਨਾਹ ਕੀਤਾ ਹੈ, ਕਿਉਂਕਿ ਜਿਹੜੀ ਮਨੋ ਸਿਮਰਤੀ ਹੈ ਨਾ, ਉਸ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਜਿਹੜੇ ਸ਼ੂਦਰ ਨੇ ਉਹਨਾਂ ਨੂੰ ਪੂਜਾ ਕਰਨ ਦਾ ਅਧਿਕਾਰ ਨਹੀਂ ਹੈ। ਇਸ ਤਰ੍ਹਾਂ ਸ਼ਿਕਾਇਤਾਂ ਕਰਨਾ ਕੀਤੀਆਂ। ਰਾਜੇ ਨੇ ਕਿਹਾ ਕਿ ਅਸੀਂ ਤੁਹਾਡੀ ਪਰਖ ਕਰਨੀ ਹੈ। ਉਸ ਸਮੇਂ ਰਾਜੇ ਨੇ ਸਾਧ ਸੰਗਤ ਸਾਰੇ ਬ੍ਰਾਹਮਣ ਬੁਲਾ ਲੈਣਾ ਕੀਤੇ। ਭਗਤ ਰਵਿਦਾਸ ਜੀ ਨੂੰ ਵੀ ਬੁਲਾ ਲਿਆ।
ਔਰ ਕਿਹਾ ਕਿ ਤੁਸੀਂ ਨਦੀ ਤੇ ਇੱਕ ਪਾਸੇ ਬੈਠਣਾ ਹੈ, ਦੂਜੇ ਪਾਸੇ ਆਪਣੇ ਠਾਕੁਰਾਂ ਨੂੰ ਚੌਂਕੀਆਂ ਦੇ ਸਮੇਤ ਰੱਖਣਾ ਹੈ, ਔਰ ਆਪਣੇ ਦੂਜੇ ਪਾਸੇ ਬੈਠ ਕੇ ਠਾਕੁਰਾਂ ਨੂੰ ਕੋਲੇ ਬੁਲਾਉਣਾ ਹੈ। ਜਿਹਦੇ ਠਾਕੁਰ ਨਦੀ 'ਚ ਤੈਰਦੇ ਹੋਏ ਕੋਲੇ ਆ ਗਏ, ਉਸ ਨੂੰ ਪੂਜਾ ਦਾ ਅਧਿਕਾਰ ਹੋਵੇਗਾ। ਭਗਤ ਰਵਿਦਾਸ ਜੀ ਵੀ ਮੰਨ ਗਏ। ਇਸ ਤਰ੍ਹਾਂ ਬ੍ਰਾਹਮਣਾਂ ਨੇ ਤੇ ਭਗਤ ਰਵਿਦਾਸ ਜੀ ਨੇ ਦੂਜੇ ਪਾਸੇ ਨਦੀ ਦੇ ਆਪਣੇ ਠਾਕੁਰ ਰੱਖ ਦਿੱਤੇ ਤੇ ਆਪ ਦੂਜੇ ਕਿਨਾਰੇ ਤੇ ਬੈਠ ਗਏ। ਬ੍ਰਾਹਮਣਾਂ ਨੇ ਬੜੇ ਵੇਦ ਮੰਤਰ ਪੜ੍ਹੇ, ਕਈ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ, ਆਵਾਜ਼ਾਂ ਮਾਰੀਆਂ, ਪਰ ਉਹ ਠਾਕੁਰ ਚੱਲ ਕੇ ਨਾ ਆਏ। ਜਦੋਂ ਭਗਤ ਰਵਿਦਾਸ ਜੀ ਦੀ ਵਾਰੀ ਆਈ, ਭਗਤ ਜੀ ਨੇ ਪ੍ਰੇਮ ਦੇ ਵਿੱਚ ਬੇਨਤੀ ਕੀਤੀ ਤੇ ਵਾਹਿਗੁਰੂ ਦੇ ਗੁਣ ਗਾਉਣ ਲੱਗ ਪਏ। ਉਸ ਸਮੇਂ ਜਿਹੜੇ ਠਾਕੁਰ ਸਨ ਨਦੀ ਵਿੱਚ ਤੈਰਦੇ ਹੋਏ ਭਗਤ ਜੀ ਦੀ ਚੌਂਕੀ ਤੇ ਆ ਕੇ ਬਿਰਾਜਮਾਨ ਹੋ ਗਏ। ਇਹ ਦੇਖ ਕਰਕੇ ਸਾਰੇ ਬੜੇ ਹੈਰਾਨ ਹੋਏ ਤੇ ਉਸ ਸਮੇਂ ਰਾਜੇ ਨੇ ਕਿਹਾ ਕਿ ਭਗਤ ਰਵਿਦਾਸ ਜੀ ਨੂੰ ਵੀ ਪੂਜਾ ਕਰਨ ਦਾ ਅਧਿਕਾਰ ਹੈ। ਭਗਤ ਜੀ ਨੂੰ ਕਿਹਾ ਕਿ ਅਸੀਂ ਇਹਨਾਂ ਬ੍ਰਾਹਮਣਾਂ ਨੂੰ ਦੰਡ ਦੇਣਾ ਚਾਹੁੰਦੇ ਹਾਂ। ਭਗਤ ਜੀ ਕਹਿਣ ਲੱਗੇ, ਨਹੀਂ ਰਾਜਨ, ਇਹਨਾਂ ਨੂੰ ਦੰਡ ਤਾਂ ਆਪੇ ਮਿਲਿਆ ਹੋਇਆ ਹੈ ਕਿ ਇਹ ਪ੍ਰਭੂ ਦੀ ਭਗਤੀ ਕਰਦਿਆਂ ਵੀ ਹੰਕਾਰੀ ਹਨ ਤੇ ਹੰਕਾਰ ਦੇ ਵਿੱਚ ਇਹਨਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ, ਹਰ ਸਮੇਂ ਨੀਵਾਂ ਹੋਣਾ ਪੈਂਦਾ ਹੈ। ਇਹ ਆਪ ਹੀ ਸਜ਼ਾ ਭੁਗਤ ਰਹੇ ਹਨ। ਉਸ ਸਮੇਂ ਸਾਧ ਸੰਗਤ ਭਗਤ ਰਵਿਦਾਸ ਜੀ ਦੀ ਵਡਿਆਈ ਚਾਰੇ ਪਾਸੇ ਚਾਰੀ ਚੱਕਾਂ ਵਿੱਚ ਹੋ ਗਈ। ਇਸ ਤਰ੍ਹਾਂ ਸਮਾਂ ਆਇਆ ਕਿ ਚਤੌੜ ਕਿਲੇ ਦੀ ਰਾਣੀ ਇਸ ਨੇ ਭਗਤ ਰਵਿਦਾਸ ਜੀ ਦੀ ਵਡਿਆਈ ਸੁਣੀ ਤੇ ਕਾਂਸੀ ਦੇ ਵਿੱਚ ਯਾਤਰਾ ਕਰਨ ਵਾਸਤੇ ਆਈ, ਕੁਝ ਬ੍ਰਾਹਮਣਾਂ ਨੂੰ ਨਾਲ ਲੈ ਕਰਕੇ। ਭਗਤ ਜੀ ਦੀ ਸੰਗਤ ਕਰਕੇ ਰਾਣੀ ਦੇ ਅੰਦਰ ਵੀ ਵਾਹਿਗੁਰੂ ਦੀ ਬੰਦਗੀ ਕਰਨ ਵਾਸਤੇ ਪਿਆਰ ਪੈਦਾ ਹੋ ਗਿਆ। ਜੋ ਭਗਤ ਜੀ ਨੇ ਸ਼ਬਦ ਉਚਾਰੇ ਸਨ ਉਹਨਾਂ ਨੂੰ ਪੜ੍ਹਿਆ ਕਰੇ, ਕਿਉਂਕਿ ਰਾਣੀ ਦਾ ਪਹਿਲਾ ਹੀ ਸੁਭਾਅ ਬੜਾ ਪ੍ਰੇਮ ਵਾਲਾ, ਦਿਆਲਤਾ ਵਾਲਾ ਸੀ। ਉਸ ਸਮੇਂ ਰਾਣੀ ਸਾਧ ਸੰਗਤ ਜਦੋਂ ਵਾਪਸ ਗਈ ਤਾਂ ਜਿਹੜੇ ਕਾਂਸੀ ਦੇ ਬ੍ਰਾਹਮਣ ਸਨ ਉਹਨਾਂ ਨੇ ਰਾਜੇ ਨੂੰ ਸ਼ਿਕਾਇਤ ਕੀਤੀ ਕਿ ਤੇਰੀ ਰਾਣੀ ਨੇ ਇੱਕ ਸੂਦਰ ਜਾਤੀ ਦੇ ਚਮਿਆਰ ਰਵਿਦਾਸ ਦੇ ਤਾਈਂ ਗੁਰੂ ਧਾਰਨ ਕੀਤਾ ਹੈ, ਉਸ ਨੂੰ ਦਾਨ ਦਿੱਤਾ ਹੈ, ਔਰ ਇਹ ਬਹੁਤ ਗਲਤ ਹੈ, ਜਿਸ ਕਰਕੇ ਉਸ ਨੂੰ ਸਜ਼ਾ ਦੇਣੀ ਚਾਹੀਦੀ ਹੈ। ਬ੍ਰਾਹਮਣਾਂ ਦਾ ਸਿਖਾਇਆ ਰਾਜਾ ਰਾਣੀ ਨੂੰ ਕਤਲ ਕਰਨ ਵਾਸਤੇ ਤਿਆਰ ਹੋ ਗਿਆ, ਪਰ ਉਸ ਸਮੇਂ ਦਰਬਾਰਚੀਆਂ ਨੇ ਕਿਹਾ ਕਿ ਰਾਣੀ ਬਹੁਤ ਸਿਆਣੀ ਹੈ, ਫਿਰ ਵੀ ਉਸ ਨੂੰ ਕੋਲੇ ਬੁਲਾ ਕਰਕੇ ਪੁੱਛਣਾ ਚਾਹੀਦਾ। ਤਾਂ ਉਸ ਸਮੇਂ ਸਾਧ ਸੰਗਤ ਰਾਣੀ ਆਪਣੇ ਮਹਿਲਾਂ ਦੇ ਵਿੱਚ ਪ੍ਰਭੂ ਬੰਦਗੀ ਕਰ ਰਹੀ ਸੀ। ਰਾਜੇ ਨੇ ਰਾਣੀ ਨੂੰ ਕਿਹਾ ਕਿ ਤੂੰ ਇਸ ਤਰ੍ਹਾਂ ਕਾਂਸੀ ਦੇ ਵਿੱਚ ਜਾ ਕਰਕੇ ਰਵਿਦਾਸ ਜੀ ਨੂੰ ਗੁਰੂ ਧਾਰਨ ਕਰਕੇ ਆਈ ਹੈ, ਜਿਸ ਕਰਕੇ ਜਿਹੜੇ ਬ੍ਰਾਹਮਣ ਹਨ ਉਹ ਬਹੁਤ ਦੁਖੀ ਹਨ। ਬ੍ਰਾਹਮਣਾਂ ਨੂੰ ਪੁੱਛਿਆ, ਉਹ ਕਹਿਣ ਲੱਗੇ ਸਾਨੂੰ ਦਾਨ ਦਿਓ, ਅਸੀਂ ਵੀ ਖੁਸ਼ ਹੋ ਜਾਵਾਂਗੇ। ਤਾਂ ਰਾਣੀ ਨੇ ਬ੍ਰਾਹਮਣਾਂ ਨੂੰ ਦਾਨ ਦਿਵਾਉਣਾ ਕੀਤਾ ਔਰ ਰਾਜੇ ਨੂੰ ਕਿਹਾ ਕਿ ਇਹ ਦਾਨ ਦੇ ਭੁੱਖੇ ਹਨ, ਇਹਨਾਂ ਨੂੰ ਮਾਇਆ ਹੀ ਚਾਹੀਦੀ ਹੈ, ਜੇ ਮਾਇਆ ਮਿਲ ਗਈ ਤਾਂ ਇਹਨਾਂ ਤੋਂ ਜੋ ਮਰਜ਼ੀ ਕਰਮ ਕਰਾ ਲਓ, ਜੇ ਨਾ ਮਿਲੀ ਤਾਂ ਫਿਰ ਇਹ ਧਰਮ ਨੂੰ ਅੱਗੇ ਰੱਖ ਲੈਂਦੇ ਹਨ। ਤਾਂ ਉਸ ਸਮੇਂ ਸਾਧ ਸੰਗਤ ਭਗਤ ਰਵਿਦਾਸ ਜੀ ਨੂੰ ਵੀ ਰਾਜੇ ਨੇ ਪਰਖ ਵਾਸਤੇ ਇੱਥੇ ਸੱਦ ਲੈਣਾ ਕੀਤਾ। ਭਗਤ ਰਵਿਦਾਸ ਜੀ ਨੂੰ ਦਰਬਾਰ ਦੇ ਵਿੱਚ ਇੱਕ ਤਾਂ ਤਖਤ ਤੇ ਬਿਠਾ ਕਰਕੇ ਇੱਕ ਉਸ ਦੇ ਨਾਲ ਆਸਣ ਲਵਾਉਣਾ ਕੀਤਾ ਔਰ ਕਿਹਾ ਕਿ ਪੰਡਤਾਂ ਦੀ ਤੇ ਭਗਤ ਜੀ ਤੁਹਾਡੀ ਪਰਖ ਹੋਣੀ ਹੈ, ਤੁਸੀਂ ਆਪੋ ਆਪਣੇ ਠਾਕੁਰਾਂ ਨੂੰ ਆਪਣੀ ਝੋਲੀ ਵਿੱਚ ਬੁਲਾਉਣਾ ਹੈ। ਪੰਡਤਾਂ ਨੂੰ ਵੀ ਉਸੇ ਤਰ੍ਹਾਂ ਹੀ ਬਿਠਾਇਆ ਗਿਆ। ਪੰਡਤਾਂ ਬ੍ਰਾਹਮਣਾਂ ਨੇ ਬੜੀਆਂ ਬੇਨਤੀਆਂ ਕੀਤੀਆਂ, ਆਵਾਜ਼ਾਂ ਮਾਰੀਆਂ, ਮੰਤਰ ਪੜ੍ਹੇ, ਪਰ ਸਾਧ ਸੰਗਤ ਠਾਕੁਰ ਜਿਹੜੇ ਝੋਲੀ 'ਚ ਆ ਕੇ ਨਾ ਬੈਠੇ। ਭਗਤ ਰਵਿਦਾਸ ਜੀ
ਆਪਣੇ ਤਖਤ ਤੋਂ ਉੱਠ ਕਰਕੇ ਜਿਹੜੀ ਠਾਕਰਾਂ ਵਾਸਤੇ ਚੌਂਕੀ ਲਾਈ ਸੀ ਉੱਥੇ ਜਾ ਕੇ ਬੈਠ ਗਏ। ਇਹ ਦੇਖ ਕਰਕੇ ਜਿਹੜੇ ਬ੍ਰਾਹਮਣ ਸਨ ਬੜੇ ਦੁਖੀ ਹੋਏ। ਤਾਂ ਉਸ ਸਮੇਂ ਭਗਤ ਜੀ ਨੇ ਪ੍ਰਭੂ ਪ੍ਰੇਮ ਦੇ ਵਿੱਚ ਗੁਣ ਗਾਉਣੇ ਆਰੰਭ ਕਰ ਦਿੱਤੇ, ਸ਼ਬਦ ਪੜ੍ਹਨੇ ਸ਼ੁਰੂ ਕਰ ਦਿੱਤੇ। ਜਦੋਂ ਇਸ ਤਰ੍ਹਾਂ ਪ੍ਰਭੂ ਪ੍ਰੇਮ ਦੇ ਵਿੱਚ ਵਾਹਿਗੁਰੂ ਦੀ ਸਿਫਤ ਕੀਤੀ ਤਾਂ ਉਹ ਠਾਕੁਰ ਭਗਤ ਜੀ ਦੇ ਝੋਲੀ ਵਿੱਚ ਆ ਕੇ ਬੈਠ ਗਏ। ਇਹ ਦੇਖ ਕਰਕੇ ਜਿਹੜੇ ਬ੍ਰਾਹਮਣ ਸਨ ਬੜੇ ਦੁਖੀ ਹੋਏ, ਨਿੰਮੋ ਝੋਣੇ ਹੋ ਗਏ ਤੇ ਰਾਜਾ ਭਗਤ ਜੀ ਦੀ ਚਰਨਾਂ ਦੇ ਡਿੱਗ ਪਿਆ, ਸ਼ਰਨ ਵਿੱਚ ਆ ਗਿਆ। ਉਸ ਸਮੇਂ ਰਾਣੀ ਬੜੀ ਖੁਸ਼ ਹੋਈ ਔਰ ਕਿਹਾ ਕਿ ਹੁਣ ਜੱਗ ਕੀਤਾ ਜਾਵੇਗਾ। ਸਾਰਿਆਂ ਨੂੰ ਨਿਮੰਤਰਣ ਦੇਣਾ ਕੀਤਾ, ਸਾਰੇ ਹੀ ਬ੍ਰਾਹਮਣ ਸੱਦ ਲੈਣਾ ਕੀਤੇ। ਜਦੋਂ ਭੋਜਨ ਤਿਆਰ ਹੋਇਆ ਤੇ ਉਸ ਸਮੇਂ ਸਾਧ ਸੰਗਤ ਜਿਹੜੇ ਬ੍ਰਾਹਮਣ ਸਨ ਉਹਨਾਂ ਨੇ ਕਿਹਾ ਕਿ ਅਸੀਂ ਰਵਿਦਾਸ ਜੀ ਦੇ ਨਾਲ ਬੈਠ ਕੇ ਭੋਜਨ ਨਹੀਂ ਛਕਣਾ। ਇਸ ਤਰ੍ਹਾਂ ਮਨਾ ਕਰ ਦਿੱਤਾ। ਭਗਤ ਰਵਿਦਾਸ ਜੀ ਨੇ ਪਹਿਲਾਂ ਹੀ ਰਾਣੀ ਨੂੰ ਸਮਝਾਇਆ ਸੀ ਕਿ ਇਹ ਲੋਕ ਆਪਣੀ ਜਾਤ ਦੇ ਹੰਕਾਰੀ ਹਨ, ਇਹ ਸਾਡੇ ਨਾਲ ਬੈਠ ਕੇ ਭੋਜਨ ਨਹੀਂ ਛਕਣਗੇ, ਇਸ ਲਈ ਅਸੀਂ ਪਾਸੇ ਹੀ ਠੀਕ ਹਾਂ। ਪਰ ਰਾਣੀ ਦਾ ਪ੍ਰੇਮ ਹੀ ਐਸਾ ਸੀ ਸਾਧ ਸੰਗਤ, ਉਸ ਸਮੇਂ ਭਗਤ ਜੀ ਨੂੰ ਆਉਣਾ ਪਿਆ। ਜਦੋਂ ਇਸ ਤਰ੍ਹਾਂ ਬ੍ਰਾਹਮਣਾਂ ਨੇ ਇਨਕਾਰ ਕਰ ਦਿੱਤਾ ਤੇ ਰਾਣੀ ਨੇ ਪੁੱਛਿਆ ਫਿਰ ਤੁਹਾਨੂੰ ਕੀ ਚਾਹੀਦਾ? ਕਹਿਣ ਲੱਗੇ ਸਾਨੂੰ ਸੁੱਕੀ ਰਸਤ ਦੇ ਦਿਓ, ਅਸੀਂ ਆਪਣਾ ਭੋਜਨ ਆਪ ਤਿਆਰ ਕਰਾਂਗੇ। ਬ੍ਰਾਹਮਣਾਂ ਨੇ ਆਪ ਭੋਜਨ ਤਿਆਰ ਕਰਕੇ ਬਣਾ ਕਰਕੇ ਜਦੋਂ ਛਕਣ ਲੱਗੇ ਨਾ ਤੇ ਉਸ ਸਮੇਂ ਇੱਕ ਹੋਰ ਕੌਤਕ ਦੇਖਿਆ ਕਿ ਭਗਤ ਰਵਿਦਾਸ ਜੀ ਸਾਰਿਆਂ ਦੇ ਨਾਲ ਹੀ ਬੈਠੇ ਨੇ। ਕੋਈ ਕਹੇ ਭਗਤ ਜੀ ਮੇਰੇ ਨਾਲ ਬੈਠੇ ਨੇ, ਦੂਜਾ ਕਹੇ ਨਹੀਂ ਮੇਰੇ ਨਾਲ ਬੈਠੇ ਨੇ। ਰਾਣੀ ਨੇ ਕਿਹਾ ਭਗਤ ਰਵਿਦਾਸ ਜੀ ਤਾਂ ਆਪਣੇ ਤੰਬੂ ਵਿੱਚ ਬੈਠੇ ਨੇ ਔਰ ਸਾਰੇ ਬ੍ਰਾਹਮਣਾਂ ਨੂੰ ਉੱਥੇ ਲੈ ਕੇ ਗਈ। ਭਗਤ ਰਵਿਦਾਸ ਜੀ ਬੈਠੇ ਪ੍ਰਭੂ ਦੇ ਗੁਣ ਗਾ ਰਹੇ ਸਨ। ਉਸ ਸਮੇਂ ਸਾਰੇ ਹੀ ਬ੍ਰਾਹਮਣ ਸਾਧ ਸੰਗਤ ਭਗਤ ਰਵਿਦਾਸ ਜੀ ਦੇ ਚਰਨੀ ਡਿੱਗ ਪਏ। ਇਹ ਦੇਖ ਕਰਕੇ ਭਗਤ ਜੀ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਔਰ ਬਚਨ ਕੀਤਾ, ਨਾਗਰ ਜਨਾ ਮੇਰੀ ਜਾਤ ਵਿਖਿਆਤ ਚੁਮਾਰਨ, ਹਿਰਦੈ ਰਾਮ ਗੋਬਿੰਦ ਗੁਣ ਸਾਰਨ। ਮੇਰੀ ਜਾਤ ਪ੍ਰਗਟ ਹੈ ਸੰਸਾਰ ਵਿੱਚ ਕਿ ਲੋਕ ਮੈਨੂੰ ਚਮਿਆਰ ਕਹਿੰਦੇ ਨੇ, ਪਰ ਫਿਰ ਵੀ ਮੇਰੇ ਹਿਰਦੇ ਵਿੱਚ ਪਰਮਾਤਮਾ ਦੇ ਗੁਣ ਵਸੇ ਹੋਏ ਨੇ। ਭਗਤ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਭਾਈ ਸੁਰਸਰੀ ਸਲਲ ਕ੍ਰਿਤ ਬਾਰਣੀ ਰੇ, ਜਿਵੇਂ ਜਿਹੜੀ ਗੰਗਾ ਹੈ ਸਾਧ ਸੰਗਤ ਪਵਿੱਤਰ ਮੰਨੀ ਜਾਂਦੀ ਹੈ ਤੇ ਗੰਗਾ ਦਾ ਜਲ ਲੈ ਕਰਕੇ ਕੋਈ ਸ਼ਰਾਬ ਬਣਾ ਲੈਣਾ ਕਰੇ, ਪਰ ਉਹ ਸ਼ਰਾਬ ਪਵਿੱਤਰ ਨਹੀਂ ਹੁੰਦੀ। ਕਿਉਂ? ਸੰਤ ਜਨ ਕਰਤ ਨਹਿ ਪਾਨੰ, ਉਸ ਨੂੰ ਸੰਤ ਜਨ ਪੀਣਾ ਨਹੀਂ ਕਰਦੇ। ਇਸ ਤਰ੍ਹਾਂ ਹੀ ਭਗਤ ਜੀ ਕਹਿੰਦੇ ਜਿਹੜੇ ਉੱਚੀ ਜਾਤ ਦੇ ਹਨ, ਭਾਵੇਂ ਉਹ ਬ੍ਰਾਹਮਣ ਹੀ ਹੋਣ, ਧਰਮੀ ਹੋਣ, ਪਰ ਉਹਨਾਂ ਨੂੰ ਜਿਹੜਾ ਹੰਕਾਰ ਪਾਉਂਦਾ ਨਹੀਂ ਹੈ ਕਿ ਹੰਕਾਰ ਕਰਨ, ਇਹ ਤਾਂ ਭਾਈ ਮਾੜਾ ਹੀ ਹੈ। ਹੰਕਾਰ ਤਾਂ ਸਾਰਿਆਂ ਨੂੰ ਨੀਵਾਂ ਹੀ ਕਰ ਦਿੰਦਾ, ਸ਼ਰਮਿੰਦਾ ਹੀ ਕਰ ਦਿੰਦਾ ਹੈ। ਪ੍ਰਭੂ ਦੇ ਦਰ ਤੇ ਵੀ ਇਹ ਸ਼ਰਮਿੰਦਾ ਹੀ ਕਰਦਾ ਹੈ ਜੀਵਾਂ ਦੇ ਤਾਈਂ। ਉਸੇ ਭਗਤ ਜੀ ਕਹਿੰਦੇ ਸੁਰਾ ਅਪਵਿੱਤਰ ਨਤ ਅਵਰ ਜਲ ਰੇ, ਸੁਰਸਰੀ ਮਿਲਤ ਨਹਿ ਹੋਏ ਆਨੰਦ। ਭਾਵੇਂ ਸ਼ਰਾਬ ਹੋਵੇ ਤੇ ਭਾਵੇਂ ਸਾਧ ਸੰਗਤ ਕੋਈ ਮੈਲਾ ਪਾਣੀ ਹੋਵੇ, ਗੰਧਲਾ ਪਾਣੀ ਹੋਵੇ, ਪਰ ਜਦੋਂ ਗੰਗਾ ਵਿੱਚ ਪੈ ਜਾਂਦਾ ਹੈ ਤਾਂ ਪਵਿੱਤਰ ਬਣ ਜਾਂਦਾ ਹੈ। ਇਸ ਤਰ੍ਹਾਂ ਕੋਈ ਨੀਵੀਂ ਜਾਤ ਵਾਲਾ ਹੋਵੇ, ਭਾਵੇਂ ਕੋਈ ਵਿਕਾਰੀ ਹੋਵੇ, ਚੋਰ ਹੋਵੇ, ਜਦੋਂ ਉਹ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਂਦਾ ਹੈ ਨਾ ਤਾਂ ਉਹ ਪਰਮਾਤਮਾ ਦਾ ਭਗਤ ਹੀ ਵੱਜਦਾ ਹੈ। ਪਰਮਾਤਮਾ ਦੀ ਸ਼ਰਨ ਵਿੱਚ ਆਉਣ ਕਰਕੇ ਉਹਦੇ ਸਾਰੇ ਗੁਨਾਹ ਵੀ ਬਖਸ਼ੇ ਜਾਂਦੇ ਹਨ। ਤਰ ਤਾਰ ਅਪਵਿੱਤਰ ਕਰ ਮਾਨੀਐ ਰੇ, ਜੈਸੇ ਕਾਕਰਾ ਕਰਦ ਵਿਚਾਰਨ। ਜਿਹੜਾ ਤਾਰੀ ਦਾ ਦਰਖਤ ਹੈ ਉਹਨੂੰ ਅਪਵਿੱਤਰ ਮੰਨਿਆ ਜਾਂਦਾ ਹੈ ਕਿਉਂਕਿ ਉਹਦੇ ਵਿੱਚੋਂ ਨਸ਼ੀਲਾ ਰਸ ਨਿਕਲਦਾ ਹੈ। ਤੇ ਭਗਤ ਜੀ ਕਹਿੰਦੇ ਜਿਹੜੇ ਉਹਦੇ ਕਾਗਜ਼ ਬਣਦੇ ਨੇ ਉਹਨਾਂ ਨੂੰ ਵੀ ਲੋਕ ਅਪਵਿੱਤਰ ਕਰਕੇ ਮੰਨਦੇ ਹਨ।
ਭਗਤ ਭਗੌਤ ਲਿਖੀਐ ਤਹਿ ਉਪਰੇ, ਪੂਜੀਐ ਕਰ ਨਮਸਕਾਰ। ਪਰ ਜਦੋਂ ਤਾਰੀ ਤੋਂ ਬਣੇ ਹੋਏ ਕਾਗਜ਼ ਤੇ ਪ੍ਰਭੂ ਪਰਮਾਤਮਾ ਦੇ ਸ਼ਬਦ ਲਿਖੇ ਜਾਂਦੇ ਨੇ, ਭਗਤੀ ਦਾ ਨਾਮ ਲਿਖਿਆ ਜਾਂਦਾ ਹੈ, ਤਾਂ ਉਸ ਦੀ ਪੂਜਾ ਹੋਣ ਲੱਗ ਜਾਂਦੀ ਹੈ। ਜਿਹਦੇ ਤੇ ਪ੍ਰਭੂ ਦੇ ਗੁਣ, ਪ੍ਰਭੂ ਦੀ ਸਿਫਤ ਲਿਖੀ ਜਾਵੇ, ਉਹ ਕਾਗਜ਼ ਵੀ ਵਡਿਆਈ ਵਾਲੇ ਬਣ ਜਾਂਦੇ ਹਨ। ਇਸ ਤਰ੍ਹਾਂ ਭਗਤ ਜੀ ਕਹਿੰਦੇ, ਮੇਰੀ ਜਾਤ ਵਿਖਿਆਤ ਚਮਾਰੰ, ਹਿਰਦੈ ਗੋਬਿੰਦ ਗੁਣ ਸਾਰੰ। ਮੇਰੀ ਸੰਸਾਰ ਜਾਤ ਤਾਂ ਭਾਵੇਂ ਨੀਵੀਂ ਹੈ, ਮੇਰੀ ਜਾਤ ਕੁੱਟ ਬਾਂਡਲਾ ਢੋਰਡ ਭੰਤਾ, ਨਿਤਹਿ ਬਨਾਰਸੀ ਆਸ ਪਾਸਾ। ਲੋਕ ਮੈਨੂੰ ਨੀਵਾਂ ਕਹਿੰਦੇ ਨੇ, ਚਮਿਆਰ ਕਹਿੰਦੇ ਨੇ ਕਿ ਇਹ ਜੁੱਤੀਆਂ ਗੰਢਦਾ ਹੈ, ਚੰਮ ਨੂੰ ਢੋਂਦਾ ਹੈ। ਪਰ ਭਗਤ ਜੀ ਕਹਿੰਦੇ, ਅਬ ਵਿਪਰ ਪ੍ਰਧਾਨ ਤਿਹ ਕਰਹਿ ਡੰਡੌਤ। ਹੁਣ ਜਿਹੜੇ ਇਹ ਵਿਪਰ ਬ੍ਰਾਹਮਣ ਪ੍ਰਧਾਨ ਮੰਨੇ ਜਾਂਦੇ ਨੇ ਸੰਸਾਰ ਦੇ ਵਿੱਚ, ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀ। ਇਹ ਪ੍ਰਧਾਨ ਮੰਨੇ ਜਾਂਦੇ ਨੇ ਸੰਸਾਰ ਦੇ ਵਿੱਚ ਵਿਪਰ। ਪਰ ਭਗਤ ਜੀ ਕਹਿੰਦੇ, ਹੇ ਪ੍ਰਭੂ, ਅਸੀਂ ਤਾਂ ਤੇਰੇ ਨਾਮ ਦੀ ਸ਼ਰਨ ਵਿੱਚ ਹਾਂ, ਤੇਰੇ ਨਾਮ ਸਰਨਾਏ ਰਵਿਦਾਸ ਦਾਸਾ। ਮੈਂ ਤਾਂ ਤੇਰਾ ਦਾਸ ਹਾਂ, ਜਿਹਨੇ ਨਾਮ ਕਰਕੇ ਇੰਨੀ ਵਡਿਆਈ ਬਖਸ਼ੀ। ਤੁਝ ਬਿਨ ਐਸੀ ਲਾਲ, ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ, ਮਾਥੈ ਛਤਰ ਤਰੈ। हे प्रभु परमात्मा, ऐसी बख्शिश, ऐसा प्यार, ऐसी किरपा तेरे तो बिना कौन कर सकता है, जिहड़ा गरीबां नूं निवाजन वाला है और अपने भगतां दे सिर ते छतर, जस दा छतर रख दिंदा है। नीच है ऊच करे मेरा गोबिंद, काहू ते ना डरै, जाकी शोध जगत को लागै, ता पर तू ही डरै। ਜਿਹਨੂੰ ਲੋਕ ਨੀਵਾਂ ਕਹਿੰਦੇ ਨੇ, ਉਹਨੂੰ ਪਰਮਾਤਮਾ ਉੱਚਾ ਕਰ ਦਿੰਦਾ ਹੈ। ਭਾਈ ਲਾਲੋ ਨੂੰ ਲੋਕ ਨੀਵਾਂ ਕਹਿੰਦੇ ਸੀ, ਪਰ ਗੁਰੂ ਨਾਨਕ ਦੇਵ ਮਹਾਰਾਜ ਨੇ ਉੱਚਾ ਕਰ ਦਿੱਤਾ, ਕਿਉਂਕਿ ਉਹਨਾਂ ਦੇ ਅੰਦਰ ਭਗਤੀ ਸੀ। ਭਗਤ ਰਵਿਦਾਸ ਜੀ ਕਹਿੰਦੇ, हे ਪ੍ਰਭੂ, ਅਸੀਂ ਨੀਵੇਂ ਲੋਕ ਪਰ ਤੇਰੀ ਬੰਦਗੀ ਕਰਕੇ ਉੱਚੇ ਆ। ਨਾਮਾ ਕਬੀਰ ਸਦਨਾ ਸੈਨ ਤਰੇ, ਕਹਿ ਰਵਿਦਾਸ ਸੁਣੋ ਰੇ ਸੰਤ ਹੋ, ਹਰ ਜੀਉ ਤੇ ਸਭੈ ਸਰੈ। ਭਗਤ ਜੀ ਕਹਿੰਦੇ, ਦੇਖੋ, ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਸਦਨਾ ਜੀ, ਭਗਤ ਸੈਣ ਜੀ ਹੋਏ ਤਾਂ ਨੀਵੀਂ ਜਾਤ ਵਿੱਚੋਂ ਨੇ, ਇਹਨਾਂ ਸਾਧ ਸੰਗਤ, ਪਰ ਉਹਨਾਂ ਨੂੰ ਪ੍ਰਭੂ ਪਰਮਾਤਮਾ ਨੇ ਤਾਰ ਲੈਣਾ ਕੀਤਾ। ਨਾਮਾ ਛੀਬਾ ਕਬੀਰ ਜੁਲਾਹਾ, ਪੂਰੇ ਗੁਰ ਤੇ ਗਤ ਪਾਈ। ਸਤਿਗੁਰੂ ਅਮਰਦਾਸ ਮਹਾਰਾਜ ਨੂੰ ਇੱਕ ਸਮੇਂ ਕਿਸੇ ਬ੍ਰਾਹਮਣ ਨੇ ਆਖਿਆ ਕਿ ਤੁਸੀਂ ਇਹ ਜਿਹੜੇ ਭਗਤ ਨੇ, ਭਾਵੇਂ ਉਹਨਾਂ ਨੇ ਪ੍ਰਭੂ ਭਗਤੀ ਕੀਤੀ ਹੈ, ਪਰ ਉਹ ਨੀਵੀਂ ਜਾਤ ਵਿੱਚੋਂ ਹੋਏ ਨੇ, ਉਹਨਾਂ ਦੀ ਕਿਉਂ ਵਡਿਆਈ ਕਰਦੇ ਹੋ? ਸਤਿਗੁਰੂ ਕਹਿੰਦੇ, ਭਾਈ, ਨਾਮਾ ਸ਼ੀਬਾ ਕਬੀਰ ਜੁਲਾਹਾ, ਪੂਰੇ ਗੁਰ ਤੇ ਗਤ ਪਾਈ। ਉਹਨਾਂ ਨੇ ਪੂਰੇ ਗੁਰੂ ਨਾਲ ਮਿਲ ਕੇ ਮੁਕਤੀ ਪ੍ਰਾਪਤ ਕੀਤੀ ਹੈ। ਬ੍ਰਹਮ ਕੇ ਬੇਤੇ ਸ਼ਬਦ ਪਛਾਣੇ ਹੈ, ਹਉਮੈ ਜਾਤ ਗਵਾਈ। ਉਹ ਤਾਂ ਬ੍ਰਹਮ ਦੇ ਬੇਤੇ ਨੇ, ਜਾਣਨ ਵਾਲੇ। ਸ਼ਬਦ ਨੂੰ ਉਹਨਾਂ ਨੇ ਪਛਾਣਿਆ। ਦੇਖੋ, ਗੁਰੂ ਦਾ ਸ਼ਬਦ ਸਾਨੂੰ ਹਰ ਸਮੇਂ ਪ੍ਰੇਰਿਤ ਕਰਦਾ ਹੈ, ਸਮਝਾਉਂਦਾ ਹੈ, ਦਿਨ ਰਾਤ ਆਵਾਜ਼ਾਂ ਮਾਰਦਾ ਹੈ, ਪਰ ਸ਼ਬਦ ਨੂੰ ਕੋਈ ਵਿਰਲਾ ਹੀ ਪਛਾਣਦਾ। ਸ਼ਬਦ ਨੂੰ ਕੋਈ ਵਿਰਲਾ ਹੀ ਸੁਣਦਾ ਹੈ। ਮਹਾਰਾਜ ਕਹਿੰਦੇ, ਸ਼ਬਦ ਨੂੰ ਭਗਤਾਂ ਨੇ ਪਛਾਣਿਆ ਹੈ, ਹਉਮੈ ਜਾਤ ਗਵਾਈ, ਤੇ ਆਪਣੀ ਹਉਮੈ ਛੱਡ ਦਿੱਤੀ, ਹਉਮੈ ਦੀ ਜਾਤ ਹੀ ਗਵਾ ਲਈ। ਸੁਰ ਨਰ ਤਿਨ ਕੀ ਬਾਣੀ ਗਾਵਹਿ, ਕੋਈ ਨਾ ਮੇਟੇ ਪਾਈ। ਮਨੁੱਖ ਤਾਂ ਕੀ, ਇਨਸਾਨ ਤਾਂ ਕੀ, ਦੇਵਤੇ ਵੀ ਉਹਨਾਂ ਦੀ ਬਾਣੀ ਗਾਉਂਦੇ ਨੇ, ਭਗਤਾਂ ਦੀ ਬਾਣੀ ਦੇਵਤੇ ਵੀ ਗਾਉਂਦੇ ਨੇ। ਮਹਾਰਾਜ ਕਹਿੰਦੇ, ਕੋਈ ਮੇਟਦਾ ਨਹੀਂ ਹੈ, ਕੋਈ ਇਨਕਾਰ ਨਹੀਂ ਕਰਦਾ। ਰਵਿਦਾਸ ਢੁਵੰਤਾ ਢੋਰ ਨੀਤ, ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਭਗਤ ਧੰਨਾ ਜੀ ਵੀ ਬਚਨ ਕਰਦੇ ਨੇ ਕਿ ਭਗਤ ਰਵਿਦਾਸ ਜੀ ਨੇ ਸਾਧ ਸੰਗਤ ਵਿੱਚ ਪ੍ਰਗਟ ਹੋ ਜਾਣਾ ਕੀਤਾ। ਭਾਵੇਂ ਉਹ ਕਰਮ ਤਾਂ ਆਪਣੇ ਜਾਤ ਅਨੁਸਾਰ ਹੀ ਕਰਦੇ ਸਨ, ਪਰ ਕੈਸੇ ਮਹਾਨ ਮਹਾਂਪੁਰਖ ਗੁਰਮੁਖ ਪ੍ਰਭੂ ਦੇ ਪਿਆਰੇ ਬਣੇ, ਜਿਹੜੇ ਪ੍ਰਭੂ ਦਾ ਰੂਪ ਹੀ ਹੋ ਗਏ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ,
ਕਨਕ ਕਟਕ ਜਲ ਤਰੰਗ ਜੈਸਾ। ਉਹਨਾਂ ਦੇ ਵਿੱਚ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ। ਭਗਤ ਰਵਿਦਾਸ ਜੀ ਦੇ ਬਚਨ ਨੇ, ਹੇ ਪ੍ਰਭੂ ਤੇਰੇ ਵਿੱਚ ਤੇ ਮੇਰੇ ਵਿੱਚ ਕੀ ਫਰਕ ਹੈ? ਬਸ ਇੰਨਾ ਹੀ ਫਰਕ ਹੈ ਨਾ, ਜਿਵੇਂ ਸੋਨੇ ਤੋਂ ਗਹਿਣਾ ਬਣ ਜੇ, ਪਰ ਗਹਿਣੇ ਵਿੱਚ ਵੀ ਤਾਂ ਸੋਨਾ ਹੀ ਹੁੰਦਾ ਹੈ। ਇਸ ਤਰ੍ਹਾਂ ਮੇਰੇ ਵਿੱਚ ਵੀ ਤੂੰ ਹੀ ਹੈ। ਜਿਵੇਂ ਪਾਣੀ ਦੇ ਵਿੱਚ ਕੋਈ ਤਰੰਗ ਉੱਠ ਖੜੇ, ਜਲ ਵਿੱਚ ਕੋਈ ਲਹਿਰ ਉੱਠ ਖੜੇ, ਤੇ ਉਹ ਲਹਿਰ, ਉਹ ਤਰੰਗ ਪਾਣੀ ਦਾ ਹੀ ਰੂਪ ਹੁੰਦੀ ਹੈ। ਹੇ ਪ੍ਰਭੂ ਅਸੀਂ ਤੇਰੇ ਭਗਤ, ਤੇਰੇ ਨਾਲ ਮਿਲੇ ਤੇਰਾ ਰੂਪ ਹੀ ਹਾਂ। ਐਸੇ ਮਹਾਂਪੁਰਖ ਭਗਤ ਰਵਿਦਾਸ ਜੀ, ਜਿਨ੍ਹਾਂ ਦਾ ਅੱਜ ਸਾਧ ਸੰਗਤ ਜਨਮ ਦਿਹਾੜਾ ਹੈ, ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਭਗਤ ਜੀ ਦੇ ਜੀਵਨ ਵਿੱਚੋਂ ਜੋ ਇਤਿਹਾਸ ਆਪ ਸੰਗਤਾਂ ਨਾਲ ਸਾਂਝਾ ਕੀਤਾ ਹੈ, ਭਗਤ ਜੀ ਦੇ ਤਕਰੀਬਨ 40 ਸ਼ਬਦ ਗੁਰਬਾਣੀ ਵਿੱਚ ਹਨ, ਤੇ 151 ਸਾਲ ਦੀ ਭਗਤ ਜੀ ਦੀ ਉਮਰ ਸੀ। ਬੇਅੰਤ ਹੀ ਭਗਤ ਜੀ ਨੇ ਸਾਡੇ ਤੇ ਬਖਸ਼ਿਸ਼ਾਂ ਕੀਤੀਆਂ ਨੇ। ਬਹੁਤ ਲੰਮਾ ਜੀਵਨ ਹੈ। ਸੋ ਸਤਿਗੁਰੂ ਜੀ ਸਾਨੂੰ ਵੀ ਕਿਰਪਾ ਕਰਨ, ਮਹਾਂਪੁਰਖਾਂ ਵਾਲਾ, ਗੁਰਮੁਖਾਂ ਵਾਲਾ, ਭਗਤਾਂ ਵਾਲਾ ਜੀਵਨ ਬਖਸ਼ਣ। ਉਹਨਾਂ ਦਾ ਉਪਦੇਸ਼ ਸਾਡੇ ਜੀਵਨ ਦਾ ਆਧਾਰ ਬਣੇ। ਸਤਿਗੁਰੂ ਮਹਾਰਾਜ ਜੀ ਜਿਵੇਂ ਹੁਣ ਇਸ ਸ਼ਬਦ ਅੰਦਰ ਬਖਸ਼ਿਸ਼ ਕਰ ਰਹੇ ਨੇ, ਜਿਸ ਨਾਮ ਹਿਰਦੈ ਸੋ ਬੇਪਰਵਾਹ। ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ, ਉਹ ਬੇਪਰਵਾਹ ਹੁੰਦਾ। ਉਸ ਨੂੰ ਕਿਸੇ ਦੀ ਮੁਥਾਜਗੀ, ਕਿਸੇ ਦੀ ਪਰਵਾਹ ਨਹੀਂ ਹੁੰਦੀ। ਪਰਵਾਹ ਨਾਹੀ ਕਿਸੈ ਕੇਰੀ, ਬਾਜ ਸੱਚੇ ਨਾਹ। ਜਿਸ ਨਾਮ ਹਿਰਦੈ ਤਿਸ ਸਦ ਹੀ ਲਾਹਾ। ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ, ਉਸ ਨੂੰ ਸਦਾ ਲਾਭ ਹੀ ਹੁੰਦਾ, ਉਹਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ। ਹੁਣ ਭਗਤ ਰਵਿਦਾਸ ਜੀ ਨੂੰ ਦੇਖੋ, ਬ੍ਰਾਹਮਣਾਂ ਨੇ ਰਾਜੇ ਤੱਕ ਪਹੁੰਚ ਸੀ, ਰਾਜੇ ਵੀ ਮੰਨਦੇ ਸਨ, ਨੁਕਸਾਨ ਪਹੁੰਚਾਉਣਾ ਚਾਹਿਆ ਪਰ ਕੋਈ ਨੁਕਸਾਨ ਨਹੀਂ ਪਹੁੰਚਾ ਸਕੇ। ਉਹਨਾਂ ਨੂੰ ਲਾਭ ਹੁੰਦਾ ਦੁਨੀਆ ਵਿੱਚ ਆਇਆ, ਜਿੱਥੇ ਮਹਾਰਾਜ ਕਹਿੰਦੇ ਲਾਹੇ ਕਾਰਨ ਆਇਆ ਜੱਗ। ਹੇ ਪ੍ਰਾਣੀ ਤੂੰ ਸੰਸਾਰ ਵਿੱਚ ਲਾਹਾ ਲੈਣ ਵਾਸਤੇ ਆਇਆ, ਔਰ ਇਹ ਨਾਮ ਦਾ ਲਾਹਾ ਹੈ। ਪ੍ਰਾਣੀ ਤੂੰ ਆਇਆ ਲਾਹਾ ਲੈਣ। ਉਹ ਕਿਹੜਾ ਲਾਭ ਹੈ? ਹਰ ਹਰ ਨਿਤ ਜਪਿਓ ਜੀਓ, ਲਾਹਾ ਖੱਟਿਓ ਦਿਹਾੜੀ। ਮਹਾਰਾਜ ਕਹਿੰਦੇ ਨਿਤਾ ਪ੍ਰਤੀ ਹਰੀ ਵਾਹਿਗੁਰੂ ਦੇ ਨਾਮ ਨੂੰ ਜਪ, ਆਪਣੇ ਜੀਵਨ ਨੂੰ ਸਫਲਾ ਕਰ। ਇਹ ਤੈਨੂੰ ਮਨੁੱਖਾ ਜਨਮ ਰੂਪ ਦਿਹਾੜੀ ਦੇ ਵਿੱਚ ਲਾਭ ਪ੍ਰਾਪਤ ਹੋਵੇਗਾ। ਜਿਵੇਂ ਕੋਈ ਮਜ਼ਦੂਰ ਦਿਹਾੜੀ ਕਰਨ ਜਾਂਦਾ ਹੈ, ਉਸ ਨੂੰ ਕੁਝ ਪੈਸੇ ਪ੍ਰਾਪਤ ਹੋ ਜਾਂਦੇ, ਗੁਜ਼ਾਰਾ ਚੱਲ ਪੈਂਦਾ ਹੈ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਤੈਨੂੰ ਜੀਵਨ ਦੇ ਵਿੱਚ ਨਾਮ ਦਾ ਲਾਹਾ ਪ੍ਰਾਪਤ ਹੋਵੇਗਾ। ਜਿਨ੍ਹਾਂ ਦੇ ਹਿਰਦੇ 'ਚ ਨਾਮ ਵਸਿਆ ਭਾਈ, ਉਹਨਾਂ ਨੂੰ ਸਦਾ ਹੀ ਲਾਭ ਹੁੰਦਾ ਹੈ, ਕਦੇ ਕੋਈ ਨੁਕਸਾਨ ਨਹੀਂ ਹੁੰਦਾ। ਜਿਸ ਨਾਮ ਹਿਰਦੈ ਤਿਸ ਵਡ ਪਰਵਾਰਾ। ਜਿਸ ਦੇ ਹਿਰਦੇ ਵਿੱਚ ਪ੍ਰਭੂ ਪਰਮਾਤਮਾ ਦਾ ਨਾਮ ਵਸਿਆ, ਉਹਦਾ ਪਰਿਵਾਰ ਬਹੁਤ ਵੱਡਾ ਹੈ। ਉਹਦਾ ਪਰਿਵਾਰ ਕੀ ਹੈ ਕਿ ਉਹ ਸਾਰਿਆਂ ਨਾਲ ਹੀ ਮਿਲਦਾ ਹੈ, ਸਾਰਿਆਂ ਨਾਲ ਹੀ ਵਰਤਦਾ ਹੈ। ਉਹਦਾ ਦੈਵੀ ਸੰਪਤਾ ਰੂਪ ਬਹੁਤ ਵੱਡਾ ਪਰਿਵਾਰ ਹੈ। ਉਹਦੇ ਜੀਵਨ ਅੰਦਰ ਸਤ, ਸੰਤੋਖ, ਦਇਆ, ਧਰਮ, ਵਿਚਾਰ, ਇਹ ਸਾਰੇ ਗੁਣ ਪੈਦਾ ਹੋ ਜਾਂਦੇ ਹਨ। ਉਹਦਾ ਇੰਦਰੀਆਂ ਰੂਪ ਪਰਿਵਾਰ ਸਵਾਰਿਆ ਜਾਂਦਾ ਹੈ। ਉਹਦਾ ਪ੍ਰਤੱਖ ਸੰਸਾਰ ਵਿੱਚ ਸਾਰਿਆਂ ਨਾਲ ਬਣਨ ਕਰਕੇ, ਨਿਭਣ ਕਰਕੇ ਪਰਿਵਾਰ ਵੱਡਾ ਹੋ ਗਿਆ। ਨਾਮ ਬਿਨਾ ਮਨ ਮੁਖ ਗਵਾਰਾ। ਜਿਹੜੇ ਨਾਮ ਨਹੀਂ ਜਪਦੇ, ਨਾਮ ਤੋਂ ਹੀਣੇ ਹਨ, ਉਹ ਸਤਿਗੁਰੂ ਕਹਿੰਦੇ ਭਾਈ ਮਨਮੁਖ ਜੀਵ ਨੇ। ਮਨ ਦੇ ਪਿੱਛੇ ਚੱਲਣ ਵਾਲੇ ਗਾਵਾਰਾ, ਉਹ ਬੇਸਮਝ ਹਨ। ਜਿਸ ਨਾਮ ਹਿਰਦੈ ਤਿਸ ਨਹੀਂ ਚਲ ਆਸਨ। ਜਿਸ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਿਆ, ਉਹਨੂੰ ਸਦਾ ਰਹਿਣ ਵਾਲਾ ਆਸਣ ਪ੍ਰਾਪਤ ਹੋ ਗਿਆ। ਆਸਣ ਕੀ ਹੈ? ਜਿੱਥੇ ਸਦਾ ਟਿਕਾ ਹੋ ਜਾਵੇ, ਉਹ ਹੈ ਸੱਚਖੰਡ। ਆਪਣੇ ਸਰੂਪ ਰੂਪ ਆਸਣ ਦੀ ਪ੍ਰਾਪਤੀ ਹੋਈ ਹੈ। ਮਹਾਰਾਜ ਕਹਿੰਦੇ ਉੱਥੇ ਉਹਦਾ ਆਸਣ ਲੱਗ ਗਿਆ। ਜਿਸ ਨਾਮ ਹਿਰਦੈ ਤਿਸ ਤਖਤ ਨਿਵਾਸਨ। ਜਿਸ ਦੇ ਹਿਰਦੇ ਵਿੱਚ ਨਾਮ ਵਸਿਆ, ਉਹਦਾ ਆਪਣੇ ਸਰੂਪ ਦੇ ਵਿੱਚ ਤਖਤ ਤੇ ਨਿਵਾਸ ਹੋ ਗਿਆ। ਸਾਡੇ ਸਾਰੇ ਜੀਵਾਂ ਦਾ ਇੱਕ ਸਰੂਪ ਰੂਪ ਤਖਤ ਹੈ।
ਜਿਹੜਾ ਮਨ ਹੈ ਨਾ ਸਾਧ ਸੰਗਤ, ਆਪਣੇ ਸਰੂਪ ਤੋਂ ਭੁੱਲਿਆ ਹੋਣ ਕਰਕੇ ਦੁਨੀਆ ਦੇ ਵਿੱਚ ਭਟਕਦਾ ਰਹਿੰਦਾ ਹੈ, ਮੋਹ ਮਾਇਆ ਦੇ ਵਿੱਚ। ਪਰ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਆਪਣੇ ਸਰੂਪ ਦਾ ਤਖਤ ਪ੍ਰਾਪਤ ਹੋ ਜਾਂਦਾ ਹੈ। ਜਿਵੇਂ ਇੱਕ ਰਾਜਾ ਹੁੰਦਾ ਹੈ ਨਾ, ਜੇ ਰਾਜਾ ਆਪਣੇ ਤਖਤ ਤੋਂ ਪਾਸੇ ਹੋ ਕੇ ਦੁਨਿਆਵੀ ਜੀਵਨ ਬਤੀਤ ਕਰਨ ਲੱਗ ਜਾਵੇ, ਆਮ ਲੋਕਾਂ ਵਿੱਚ ਨੌਕਰਾਂ ਵਿੱਚ ਹੀ ਰਹਿਣ ਲੱਗ ਜਾਵੇ, ਤਾਂ ਉਹਦੀ ਕਦਰ ਘਟ ਜਾਂਦੀ ਹੈ। ਜੇ ਆਪਣੇ ਤਖਤ ਤੇ ਬੈਠ ਕੇ ਹੁਕਮ ਚਲਾਵੇ, ਫੈਸਲੇ ਕਰੇ, ਨਿਰਣੇ ਕਰੇ, ਤਾਂ ਉਹਦੀ ਵਡਿਆਈ ਹੁੰਦੀ ਹੈ। ਇਸ ਤਰ੍ਹਾਂ ਜਿਹੜਾ ਸਾਡਾ ਮਨ ਹੈ ਰਾਜਾ ਹੈ, ਪਰ ਇਹ ਸਾਡੇ ਇੰਦਰੀਆਂ ਦੇ ਰਸਾਂ ਵਿੱਚ ਲੱਗ ਕੇ, ਅੱਖਾਂ ਦੇ ਪਿੱਛੇ ਲੱਗ ਕੇ ਰੂਪ ਦੇਖਦਾ ਰਹਿੰਦਾ ਹੈ, ਕੰਨਾਂ ਪਿੱਛੇ ਲੱਗ ਕੇ ਆਵਾਜ਼ਾਂ ਹੀ ਸੁਣਦਾ ਰਹਿੰਦਾ ਹੈ, ਗਾਣੇ ਹੀ ਸੁਣਦਾ ਰਹਿੰਦਾ ਹੈ, ਜੀਭ ਦੇ ਪਿੱਛੇ ਲੱਗ ਕੇ ਬੋਲਦਾ ਹੀ ਰਹਿੰਦਾ ਹੈ, ਰਸਾਂ ਨੂੰ ਹੀ ਚੱਖਦਾ ਰਹਿੰਦਾ ਹੈ। ਇਸ ਤਰ੍ਹਾਂ ਇਹਨਾਂ ਕਰਮ ਇੰਦਰੀਆਂ ਤੇ ਗਿਆਨ ਇੰਦਰੀਆਂ ਦੇ ਪਿੱਛੇ ਲੱਗ ਕੇ ਮਨ ਵਿਗੜਿਆ ਹੋਇਆ ਹੈ, ਜਿਸ ਨੂੰ ਸਤਿਗੁਰੂ ਕਹਿੰਦੇ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ। ਜਿਹੜਾ ਰਾਜਾ ਹੈ ਮਨ, ਇਹ ਬਾਲਕ ਦੀ ਨਿਆਈ ਹੈ, ਤੇ ਜਿਹੜੀ ਇਹ ਸਰੀਰ ਰੂਪ ਨਗਰੀ ਹੈ, ਕੱਚੀ ਹੈ, ਜਿਹਦੇ 'ਚ ਇਹਦਾ ਨਿਵਾਸ ਹੈ, ਤੇ ਦੁਸ਼ਟਾਂ ਨਾਲ ਪਿਆਰੋ। ਇਹਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਦੁਸ਼ਟ ਨੇ ਉਹਨਾਂ ਨਾਲ ਪਿਆਰ ਬਣਿਆ ਹੋਇਆ, ਮਿੱਤਰਤਾ ਹੈ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਮਨਮੁਖ ਜੀਵ ਨੇ ਉਹ ਤਾਂ ਪਰਮਾਤਮਾ ਤੋਂ ਭੁੱਲੇ ਹੋਏ ਨੇ, ਆਪਣੇ ਸਰੂਪ ਤੋਂ ਪਾਸੇ ਹੋ ਗਏ। ਜਿਹੜੇ ਗੁਰਮੁਖ ਨੇ ਉਹ ਗੁਰੂ ਦਾ ਸ਼ਬਦ ਦੀ ਪਛਾਣ ਕਰਦੇ ਨੇ, ਫਿਰ ਆਪਣੇ ਸਰੂਪ ਤੇ ਤਖਤ ਤੇ ਜਾ ਕੇ ਬੈਠ ਜਾਂਦੇ ਨੇ। ਭਾਵ ਕਿ ਜਿਹੜਾ ਮਨ ਹੈ ਉਹਨੇ ਇੰਦਰੀਆਂ ਨੂੰ ਆਪਣੇ ਵੱਸ ਵਿੱਚ ਕੀਤਾ ਹੋਵੇ। ਅੱਖਾਂ ਮਨ ਦੇ ਆਖੇ ਲੱਗਣ, ਤੇ ਮਨ ਦੇ ਉੱਪਰ ਗੁਰਮਤਿ ਹੋਣੀ ਚਾਹੀਦੀ ਹੈ, ਮਨ ਗੁਰਮਤਿ ਤੋਂ ਨੀਵਾਂ ਹੋਵੇ। ਸੋ ਜਿਵੇਂ ਰਾਜੇ ਦੇ ਹੁਕਮ ਵਿੱਚ ਪਰਜਾ ਕੰਮ ਕਰਦੀ ਹੈ, ਨੌਕਰ ਦਰਬਾਰ 'ਚ ਹੀ ਕੰਮ ਕਰਦੇ ਨੇ, ਉਵੇਂ ਮਨ ਦੇ ਆਖੇ ਸਰੀਰ ਕੰਮ ਕਰੇ। ਪਰ ਜਿਹੜਾ ਮਨ ਹੈ ਨਾ ਆਪਣੇ ਸਰੂਪ ਤੇ ਹੋਵੇ। ਮਨ ਦਾ ਸਰੂਪ ਕੀ ਹੈ? ਪਰਮਾਤਮਾ, ਜਿਸ ਨੂੰ ਭਗਤ ਕਬੀਰ ਜੀ ਕਹਿੰਦੇ ਅਬ ਤੋਂ ਚੜ੍ਹੇ ਜਾਏ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਨਾਮ ਦਾ ਵਾਸਾ ਹੈ ਭਾਈ, ਉਹਨਾਂ ਨੇ ਆਪਣੇ ਸਰੂਪ ਤੇ ਤਖਤ ਤੇ ਜਾ ਕੇ ਨਿਵਾਸ ਕਰ ਲੈਣਾ ਕੀਤਾ ਹੈ। ਜਿਸ ਨਾਮ ਹਿਰਦੈ ਸੋ ਸਾਚਾ ਸਾਹੋ। ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਉਹ ਸੱਚਾ ਸਾਹੂਕਾਰ ਹੈ। ਜਿਵੇਂ ਦੁਨਿਆਵੀ ਸ਼ਾਹੂਕਾਰ ਦੇਖੇ ਨੇ, ਮਾਇਆ ਹੁੰਦੀ ਹੈ, ਮਾਇਆ ਨਾਲ ਮੋਹ ਹੁੰਦਾ ਹੈ, ਮਾਇਆ ਵਿੱਚ ਹੀ ਰਹਿੰਦੇ ਨੇ। ਪਰ ਜਿਹੜਾ ਪਰਮਾਤਮਾ ਦਾ ਨਾਮ ਜਪਣ ਵਾਲਾ ਹੈ ਉਹ ਨਾਮ ਦਾ ਸ਼ਾਹੂਕਾਰ ਹੈ। ਆਪ ਵੀ ਜਪਦੇ ਨੇ, ਦੂਜਿਆਂ ਨੂੰ ਵੀ ਨਾਮ ਜਪਾਉਂਦੇ ਨੇ, ਔਰ ਉਹਨਾਂ ਨੇ ਨਾਮ ਰੂਪ ਖਜ਼ਾਨਾ ਹੀ ਪ੍ਰਾਪਤ ਕੀਤਾ ਹੈ। ਨਾਮਹੀਣ ਨਾਹੀ ਪਤ ਵਿਸਾਹੋ। ਜਿਹੜੇ ਨਾਮ ਤੋਂ ਹੀਣੇ ਜੀਵ ਨੇ, ਨਾਮ ਨਹੀਂ ਜਪਦੇ, ਮਹਾਰਾਜ ਕਹਿੰਦੇ ਉਹਨਾਂ ਦੀ ਲੋਕ ਪਰਲੋਕ 'ਚ ਕੋਈ ਪੱਤ ਇੱਜ਼ਤ ਨਹੀਂ ਹੁੰਦੀ, ਤੇ ਨਾ ਹੀ ਵਿਸਾਹੋ ਨਾਮ ਭਰੋਸੇ ਦਾ, ਨਾ ਹੀ ਭਾਈ ਉਹਨਾਂ ਦਾ ਕੋਈ ਭਰੋਸਾ ਕਰਦਾ ਹੈ। ਜਿਸ ਨਾਮ ਹਿਰਦੈ ਸੋ ਸਭ ਮਹਿ ਜਾਤਾ। ਜਿਸ ਦੇ ਹਿਰਦੇ ਵਿੱਚ ਪ੍ਰਭੂ ਪਰਮਾਤਮਾ ਦਾ ਨਾਮ ਵਸਿਆ ਉਹ ਸਾਰਿਆਂ ਵਿੱਚ ਜਾਣਿਆ ਜਾਂਦਾ ਹੈ। ਹੁਣ ਦੇਖੋ ਭਗਤ ਕਬੀਰ ਜੀ ਕਦੋਂ ਹੋਏ, ਭਗਤ ਰਵਿਦਾਸ ਜੀ ਦੀ ਗੱਲ ਕਰ ਲਈਏ, ਅੱਜ ਉਹਨਾਂ ਦਾ ਜਨਮ ਦਿਹਾੜਾ ਹੈ, 1378 ਵਿੱਚ ਜਨਮ ਹੋਇਆ, ਤੇ ਅੱਜ ਕੀ ਹੁਣ ਸੰਨ ਚੱਲਦਾ ਪਿਆ 2021, ਤਕਰੀਬਨ 650 ਸਾਲ ਲਾ ਲਈਏ ਇਰਦ ਗਿਰਦ। ਤੇ ਇੰਨੇ ਸਾਲ ਬਾਅਦ ਅਸੀਂ ਜਨਮ ਲੈ ਕੇ ਵੀ ਉਹਨਾਂ ਦੀ ਮਹਾਨ ਵਡਿਆਈ ਕਰ ਰਹੇ ਹਾਂ। ਇੱਥੋਂ ਤੱਕ ਹੀ ਨਹੀਂ, ਉਹਨਾਂ ਦੀ ਵਡਿਆਈ ਤਾਂ ਭਾਈ ਜੁਗਾਂ ਜੁਗਾਂ ਤੱਕ ਹੋਣੀ ਹੈ। ਜਿਵੇਂ ਭਗਤ ਪ੍ਰਹਿਲਾਦ ਜੀ ਦੀ ਵਡਿਆਈ ਹੈ ਨਾ, ਭਗਤ ਧਰੂ ਜੀ ਦੀ ਵਡਿਆਈ ਹੈ, ਸਾਰੇ ਭਗਤਾਂ ਦੀ ਵਡਿਆਈ ਇਸ ਤਰ੍ਹਾਂ ਹੀ ਹੁੰਦੀ ਹੈ। ਉਹਨਾਂ ਦੇ ਹਿਰਦੇ 'ਚ ਨਾਮ ਵਸਿਆ ਤੇ ਮਹਾਰਾਜ ਕਹਿੰਦੇ ਉਹ ਸਭ ਮਹਿ ਜਾਤਾ, ਉਹ ਭਾਈ ਸਾਰਿਆਂ ਵਿੱਚ ਹੀ ਜਾਣਿਆ ਜਾਂਦਾ ਹੈ, ਸਾਰਿਆਂ ਵਿੱਚ ਸਤਿਕਾਰਿਆ ਜਾਂਦਾ ਹੈ, ਜਿਹਦੇ ਹਿਰਦੇ 'ਚ ਨਾਮ ਵਸਿਆ ਹੈ। ਜਿਸ ਨਾਮ ਹਿਰਦੈ ਸੋ ਪੁਰਖ ਵਿਧਾਤਾ। ਜਿਸ ਦੇ ਹਿਰਦੇ ਵਿੱਚ ਨਾਮ ਵਸਿਆ ਹੈ ਨਾ, ਉਹ
ਪੁਰਖ ਵਿਧਾਤਾ। ਪੁਰਖ ਪੂਰਨ ਤੇ ਵਿਧਾਤਾ ਜੋ ਕਰਮ ਫਲ ਪ੍ਰਦਾਤਾ, ਜੋ ਕਰਮਾਂ ਦਾ ਫਲ ਦੇਣ ਵਾਲਾ ਪ੍ਰਭੂ ਪਰਮਾਤਮਾ ਹੈ ਨਾ, ਉਹਨੂੰ ਵਿਧਾਤਾ ਕਹਿੰਦੇ ਨੇ, ਜਿਹੜਾ ਸਾਡੇ ਕਰਮਾਂ ਦਾ ਫਲ ਦੇਵੇ। ਤੇ ਪੁਰਖ ਕਹਿੰਦੇ ਨੇ ਪੂਰਨ ਨੂੰ, ਉਸ ਪਰਮਾਤਮਾ ਦਾ ਹੀ ਸਰੂਪ ਹੈ। ਜਿਸ ਨਾਮ ਹਿਰਦੈ ਸੋ ਸਭ ਤੇ ਉੱਚਾ। ਜਿਸ ਦੇ ਹਿਰਦੇ ਵਿੱਚ ਨਾਮ ਵਸਿਆ ਉਹ ਸਾਰਿਆਂ ਤੋਂ ਉੱਚਾ ਹੈ, ਉਹਦੇ ਤੋਂ ਉੱਚਾ ਹੋਰ ਕੋਈ ਨਹੀਂ ਹੋ ਸਕਦਾ। ਉਹ ਸਭ ਤੇ ਉੱਚਾ, ਸਭ ਤੇ ਸੂਚਾ, ਜਾ ਕੇ ਹਿਰਦੈ ਵਸਿਆ ਭਗਵਾਨ। ਜਿਹਦੇ ਹਿਰਦੇ 'ਚ ਪਰਮਾਤਮਾ ਦਾ ਵਸ ਹੈ ਨਾ, ਉਹ ਸਾਰਿਆਂ ਤੋਂ ਉੱਚਾ ਹੈ, ਉਹਦੀ ਸਾਰੇ ਹੀ ਮੰਨਦੇ ਹਨ। ਨਾਮ ਬਿਨਾ ਬ੍ਰਹਮ ਜੋਨੀ ਮੁਚਾ। ਨਾਮ ਤੋਂ ਹੀਨ ਜਿਹੜਾ ਜੀਵ ਹੈ ਉਹ ਜੂਨਾਂ ਵਿੱਚ ਭਰਮਦਾ ਹੋਇਆ ਮੂਚਾ ਕੱਟਿਆ ਜਾਂਦਾ ਹੈ। ਜਿਵੇਂ ਜੀਵ ਜਨਮ ਲੈਂਦਾ ਤੇ ਫਿਰ ਮੌਤ ਆ ਜਾਂਦੀ ਹੈ, ਇਹ ਇੱਕ ਵਾਰ ਥੋੜ੍ਹੀ ਹੈ। ਇਹ ਤਾਂ ਮਹਾਰਾਜ ਕਹਿੰਦੇ ਜਮ ਜਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਜਿਹੜਾ ਨਾਮ ਨਹੀਂ ਜਪਦਾ ਉਹ ਜੂਨਾਂ ਵਿੱਚ ਭਰਮਾਇਆ ਜਾਂਦਾ ਹੈ ਤੇ ਵਾਰ-ਵਾਰ ਮਾਰਿਆ ਜਾਂਦਾ ਹੈ, ਉਸ ਨੂੰ ਕੱਟਿਆ ਜਾਂਦਾ ਹੈ। ਸਰੀਰ ਦੇ ਨਾਲੋਂ ਜਦੋਂ ਜਿੰਦ ਵੱਖਰੀ ਹੋ ਜਾਂਦੀ ਹੈ, ਕੱਟਣਾ ਹੀ ਹੁੰਦਾ ਹੈ ਨਾ, ਸਰੀਰ ਵੱਖਰਾ ਹੋ ਗਿਆ, ਜਿੰਦ ਵੱਖਰੀ ਹੋ ਗਈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਵਾਰ-ਵਾਰ ਉਹਨੂੰ ਕੱਟਿਆ ਜਾਂਦਾ ਹੈ ਜਿਹੜਾ ਪਰਮਾਤਮਾ ਦਾ ਨਾਮ ਨਹੀਂ ਜਪਦਾ। ਜਿਸ ਨਾਮ ਹਿਰਦੈ ਤਿਸ ਪ੍ਰਗਟ ਪਹਾਰਾ। ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਉਹ ਪ੍ਰਗਟ ਪਹਾਰਾ। ਜਿਹੜਾ ਇਹ ਸੰਸਾਰ ਦਾ ਪਸਾਰਾ ਹੈ ਉਸ ਨੂੰ ਪਹਾਰਾ ਕਿਹਾ ਜਾਂਦਾ ਹੈ। ਜਿੰਨਾ ਇਹ ਸੰਸਾਰ ਦਾ ਪਸਾਰਾ ਹੈ ਇਹਦੇ ਵਿੱਚ ਪ੍ਰਗਟ ਹੋ ਗਿਆ। ਜਿਸ ਨਾਮ ਹਿਰਦੈ ਤਿਸ ਮਿਟਿਆ ਅੰਧਾਰਾ। ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਉਹਦੇ ਅੰਦਰੋਂ ਜਿਹੜਾ ਅਗਿਆਨਤਾ ਦਾ ਹਨੇਰਾ ਹੈ, ਬੇਸਮਝੀ ਹੈ, ਉਹ ਸਾਰੀ ਮਿਟ ਗਈ। ਜਿਸ ਨਾਮ ਹਿਰਦੈ ਸੋ ਪੁਰਖ ਪਰਵਾਨ। ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਉਹ ਪੁਰਖ ਜੀਵ ਪ੍ਰਵਾਨ ਹੈ। ਉਹਦਾ ਸੰਸਾਰ 'ਚ ਆਇਆ ਵੀ ਪ੍ਰਵਾਨ ਹੈ, ਉਹਦੇ ਕੰਮ ਧੰਦੇ ਸਾਰੇ ਪ੍ਰਵਾਨ ਨੇ, ਉਹ ਪਰਲੋਕ ਵਿੱਚ ਜਾ ਕੇ ਵੀ ਪ੍ਰਵਾਨ ਹੋ ਜਾਂਦਾ ਹੈ। ਨਾਮ ਬਿਨਾ ਫਿਰ ਆਵਣ ਜਾਣ। ਜਿਹੜਾ ਨਾਮ ਨਹੀਂ ਜਪਦਾ ਉਦੋਂ ਤਾਂ ਆਉਣਾ ਜਾਣਾ ਲੱਗੇ ਹੀ ਰਹਿਣਾ ਹੈ, ਉਹ ਤਾਂ ਜੰਮੇਗਾ ਵੀ ਮਰੇਗਾ ਵੀ, ਇੱਕ ਵਾਰ ਨਹੀਂ, ਪਤਾ ਨਹੀਂ ਕਿੰਨੇ ਕੁ ਵਾਰ। ਜਿਹੜਾ ਨਾਮ ਨਹੀਂ ਜਪਦਾ, ਕਿਉਂ ਆਇਆ ਸਫਲ ਤਾਹੂ ਕੋ ਗਣੀਐ, ਜਾਸ ਰਸਨ ਹਰ ਹਰ ਜਸ ਭਣੀਐ। ਜਿਹਦੀ ਰਸਨਾ ਨਾਮ ਜਪਦੀ ਹੈ ਉਹਦਾ ਹੀ ਆਇਆ ਸਫਲ ਮੰਨਿਆ ਜਾਂਦਾ ਹੈ। ਬਾਕੀ ਤਾਂ ਮਹਾਰਾਜ ਆਉਣ ਜਾਣ ਵਿੱਚ ਹੀ ਹਨ। ਸਤਿਗੁਰੂ ਕਹਿੰਦੇ ਤਿਨ ਨਾਮ ਪਾਇਆ ਜਿਸ ਭਇਓ ਕਿਰਪਾਲ। ਨਾਮ ਕਿਸ ਨੇ ਪ੍ਰਾਪਤ ਕੀਤਾ? ਜਿਹਦੇ ਤੇ ਪਰਮਾਤਮਾ ਕਿਰਪਾਲੂ ਹੋ ਗਿਆ, ਵਾਹਿਗੁਰੂ ਦੀ ਮਿਹਰ ਹੋ ਗਈ ਹੈ। ਸਾਧ ਸੰਗਤ ਮਹਿ ਲਖੇ ਗੋਪਾਲ। ਉਸ ਨੇ ਸਾਧ ਸੰਗਤ ਵਿੱਚ ਆ ਕੇ ਗੋਪਾਲ, ਜੋ ਧਰਤੀ ਦੀ ਪਾਲਣਾ ਕਰਨ ਵਾਲਾ ਪਰਮਾਤਮਾ ਹੈ, ਉਸ ਨੂੰ ਲਖੇ ਜਾਣ ਲਿਆ। ਸਾਧ ਸੰਗਤ ਵਿੱਚ ਆ ਕੇ ਪਹਿਲਾਂ ਇਹ ਜਾਣਾਂਗੇ ਨਾ ਵੀ ਸਾਨੂੰ ਇਹ ਅਮੋਲਕ ਜਨਮ ਮਿਲਿਆ, ਵਾਰ-ਵਾਰ ਨਹੀਂ ਮਿਲਣਾ। ਫਿਰ ਸਾਧ ਸੰਗਤ ਵਿੱਚ ਜਾਣਾਂਗੇ ਵੀ ਜਿੰਨਾ ਵੀ ਇਹ ਸੰਸਾਰ ਦਾ ਪਸਾਰ ਹੈ ਝੂਠਾ ਹੈ, ਇੱਕ ਪਰਮਾਤਮਾ ਹੀ ਸੱਚਾ ਹੈ। ਜਦੋਂ ਪਰਮਾਤਮਾ ਸੱਚੇ ਨਾਲ ਪ੍ਰੇਮ ਬਣ ਗਿਆ ਫਿਰ ਉਹਦੀ ਪਛਾਣ ਹੋ ਜਾਵੇਗੀ। ਜਿਸ ਚੀਜ਼ ਦੀ ਅਸੀਂ ਵਡਿਆਈ ਨੂੰ ਸਮਝਾਂਗੇ ਉਹਨੂੰ ਹੀ ਪਛਾਣ ਸਕਾਂਗੇ, ਉਦੋਂ ਪ੍ਰਾਪਤ ਕਰਨ ਦੀ ਮਨ 'ਚ ਲਾਲਸਾ ਵੀ ਹੋਵੇਗੀ। ਜਦੋਂ ਪਰਮਾਤਮਾ ਨੂੰ ਪਛਾਣ ਲਿਆ ਗੁਰਬਾਣੀ ਨਾਲ ਜੁੜ ਕੇ, ਫਿਰ ਸਾਡੇ ਅੰਦਰ ਪਿਆਰ ਪੈਦਾ ਹੋਵੇਗਾ ਕਿ ਵਾਹਿਗੁਰੂ ਸਾਨੂੰ ਪ੍ਰਾਪਤ ਹੋਵੇ, ਅਸੀਂ ਵਾਹਿਗੁਰੂ ਵਾਲੇ ਬਣ ਜਾਈਏ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਸਾਧ ਸੰਗਤ ਵਿੱਚ ਵੱਸ ਕੇ ਗੋਪਾਲ ਪਰਮਾਤਮਾ ਨੂੰ ਗੁਰਮੁਖਾਂ ਨੇ ਪਛਾਣਿਆ ਹੈ। ਆਵਣ ਜਾਣ ਰਹੇ ਸੁਖ ਪਾਇਆ। ਉਹਨਾਂ ਗੁਰਮੁਖਾਂ ਦਾ ਆਉਣਾ ਜਾਣਾ ਰਹਿ ਗਿਆ। ਜਿਹੜਾ ਦੁਨੀਆ 'ਚ ਜੰਮ ਕੇ ਆਉਣਾ ਸੀ, ਮਰ ਕੇ ਜਾਣਾ, ਇਹ ਚੱਕਰ ਹੀ ਹੈ ਨਾ ਸਾਧ ਸੰਗਤ, ਹਾਲਟ ਦੀਆਂ ਟਿੰਡਾਂ ਵਾਂਗੂ। ਪਰ ਮਹਾਰਾਜ ਕਹਿੰਦੇ ਉਹ ਰਹਿ ਗਿਆ ਜਿਨ੍ਹਾਂ ਨੇ ਨਾਮ ਪ੍ਰਾਪਤ ਕੀਤਾ। ਕਹੋ ਨਾਨਕ ਤਤੈ ਤਤ ਮਿਲਾਇਆ। ਸਤਿਗੁਰੂ ਅਰਜਨ ਦੇਵ